ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀ, ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰਿ ਅਨਰਾਗ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਆਪਣਾ ਕਰੋ ਤਬ ਮੈਂ ਉਤਰਾ ਮੈਂ ਪੂਰਾ। ਮੈਂ ਮਨ ਅਭਿਆਨ ਜਤ ਸੋਭਾ ਜ਼ਹੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ
ਕਿਰਪਾ ਨਿਦਾਨ ਜੁਗ ਜੁਗ ਅਟਲ। ਸਹਿਬ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਅਥਾ ਸ਼ਰਧਾ ਭਾਵਨਾ ਸਹਿਤ ਸ਼ਾਮ ਦੇ ਵੇਲੇ ਨੂੰ ਸੰਧਿਆ ਦੇ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਮੇਰੀ ਪੀਰੀ ਦੇ ਮਾਲਕ ਸੰਤ ਸਿਪਾਹੀ ਸਹਿਬ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਪਵਿੱਤਰ ਇਤਿਹਾਸਕ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਅਦਬ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਸਾਰੇ ਆਪ ਜੁੜੇ ਹੋਏ ਹੋ। ਬੇਅੰਤ ਸੰਗਤ ਗੁਰੂ ਕੀ ਸੇਵਾ ਦੇ ਵਿੱਚ ਲੱਗੀ ਹੋਈ ਹੈ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਸੇਵਾ ਸਤ ਸੰਗਤ ਗਰੀਬ ਨਿਵਾਜ ਪਾਤਸ਼ਾਹ ਜੀ ਸਫਲੀਕਰਨ। ਆਓ ਸ਼ਾਮ ਦੇ ਵੇਲੇ ਦੇ ਜਿਹੜੇ ਦੀਵਾਨ ਹਨ ਉਹਨਾਂ ਦੀ ਆਰੰਭਤਾ ਗੁਰ ਇਤਿਹਾਸ ਦੀ ਕਥਾ ਵਿਚਾਰ ਤੋਂ ਹੁੰਦੀ ਹੈ। ਲੜੀਵਾਰ ਇਤਿਹਾਸ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਆਰੰਭ ਹੋਇਆ ਹੈ। ਗਰੀਬ ਨਿਵਾਜ ਸਤਿਗੁਰੂ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਵਿਰਾਜੇ ਹਨ। ਕੁਝ ਸਮਾਂ ਪਹਿਲਾਂ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਬੜਾ ਕੋਮਲ ਪਰਉਪਕਾਰੀ ਬਿਰਤੀ ਹੈ, ਸੁਭਾਅ ਹੈ ਔਰ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਬੇਅੰਤ ਜੀਵਾਂ ਦਾ ਭਲਾ ਕਰ ਰਹੇ ਹਨ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਦਿੱਲੀ ਦੇ ਤਖਤ ਦਾ ਜਿਹੜਾ ਬਾਦਸ਼ਾਹ ਹੈ, ਬਾਦਸ਼ਾਹ ਸ਼ਾਹਜਹਾਨ, ਇਹਦੇ ਵੱਡੇ ਪੁੱਤਰ ਦਾ ਨਾਮ ਹੈ ਦਾਰਾ ਸ਼ਿਕੋ, ਜਿਸ ਨੂੰ ਦਾਰਾ ਸ਼ਿਕੋ ਨੂੰ ਇਹਦੇ ਛੋਟੇ ਭਰਾ ਔਰੰਗਜ਼ੇਬ ਨੇ ਇਸ ਈਰਖਾ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਤੇ ਬਾਦਸ਼ਾਹ ਨਾ ਬਣ ਜਾਏ, ਇਹਨੂੰ ਮੈਂ ਹੁਣੇ ਖਤਮ ਕਰ ਦੇਵਾਂ। ਆਪਣੇ ਵੱਡੇ ਭਰਾ ਦਾਰਾ ਸ਼ਿਕੋ ਨੂੰ ਛੋਟੇ ਭਰਾ ਔਰੰਗਜ਼ੇਬ ਨੇ ਖਤਮ ਕਰਨ ਵਾਸਤੇ ਆਪ ਤਖਤ ਨੂੰ ਸਾਜ਼ਿਸ਼ ਦੇ ਨਾਲ ਲੈਣ ਵਾਸਤੇ ਦਾਰਾ ਸ਼ਿਕੋ ਰਾਜਕੁਮਾਰ ਜਿਹੜਾ ਉਹਦੇ ਸੇਵਾਦਾਰ ਸਨ ਉਹਨਾਂ ਨੂੰ ਖਰੀਦ ਲਿਆ। ਉਹਦੇ ਖਾਣੇ ਦੇ ਵਿੱਚ ਚੌਲਾਂ ਦੇ ਵਿੱਚ ਸ਼ੇਰ ਦੀ ਮੁੱਛ ਕੁਤਰ ਕੇ ਪਾਈ ਗਈ ਹੈ। ਕੁਝ ਚੀਜ਼ਾਂ ਹੋਰ ਖਵਾ ਦਿੱਤੀਆਂ ਗਈਆਂ ਹਨ ਜਿਹਦੇ ਕਰਕੇ ਦਾਰਾ ਸ਼ਿਕੋ ਅਤ ਬਿਮਾਰ ਹੋ ਗਿਆ, ਸਰੀਰ ਕਮਜ਼ੋਰ ਹੋਇਆ ਹੈ ਤੇ ਕੁਝ ਜ਼ਰੂਰੀ ਚੀਜ਼ਾਂ ਜੜੀਆਂ ਬੂਟੀਆਂ ਦੀ ਲੋੜ ਸੀਗੀ, ਉਹ ਕਿਤੋਂ ਪ੍ਰਾਪਤ ਨਹੀਂ ਹੋਈਆਂ। ਹਰੜਾ, ਲੌਂਗ, ਗੱਜ ਮੋਤੀ। ਆਖਰਕਾਰ ਵਜ਼ੀਰ ਨੂੰ ਪਤਾ ਲੱਗਿਆ ਬਾਦਸ਼ਾਹ ਦੇ ਨੂੰ ਕਿ 7ਵੇਂ ਪਾਤਸ਼ਾਹ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਸਾਰਾ ਕੁਝ ਮਿਲ ਸਕਦਾ ਹੈ। ਬਾਦਸ਼ਾਹ ਦਾਰਾ ਸ਼ਿਕੋ ਦੇ ਇਲਾਜ ਵਾਸਤੇ ਬਾਦਸ਼ਾਹ ਨੇ ਸੇਵਕ ਭੇਜਿਆ ਕਿ ਜਾਓ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਜੋ ਵੈਦਾਂ ਨੇ ਹਕੀਮਾਂ ਨੇ ਕਿਹਾ ਹੈ ਇਹ ਚੀਜ਼ਾਂ ਲੈ ਕਰਕੇ ਆਓ। ਤੇ ਬਾਦਸ਼ਾਹ ਦੇ ਭੇਜੇ ਹੋਏ ਸੇਵਕ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਹੁੰਚੇ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਤੇ ਪਾਤਸ਼ਾਹ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਫਿਰ ਜਿਹੜਾ ਪੁਰਾਣੇ ਸਮੇਂ ਦਾ ਆਪਸ ਵਿੱਚ ਤਕਰਾਰ ਹੈ, ਵੱਡੇ ਜੰਗ ਹੋਏ ਹਨ।
ਸਾਰਾ ਕੁਝ ਭੁਲਾ ਕਰਕੇ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਘਰ ਹੈ। ਇੱਥੇ ਜਿਹੜਾ ਵੀ ਝੁੱਕ ਕੇ ਆਉਂਦਾ ਹੈ ਬੇਨਤੀ ਕਰਨ, ਕੋਈ ਆਸ ਰੱਖ ਕੇ, ਉਹ ਨਿਰਾਸ਼ਾ ਨਹੀਂ ਜਾਂਦਾ। ਤੇ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬਾਬਰ ਦੇ ਬਾਦਸ਼ਾਹ ਸ਼ਾਹਜਹਾਨ ਦੇ ਵੱਲੋਂ ਜਿਹੜੀ ਬੇਨਤੀ ਕੀਤੀ ਗਈ ਹੈ, ਸੱਤਵੇਂ ਪਾਤਸ਼ਾਹ ਜੀ ਨੇ ਉਹ ਸਾਰਾ ਸਮਾਨ, ਕੁਝ ਹਰੜਾਂ, ਲੌਂਗ, ਗੱਜ, ਮੋਤੀ, ਇਹ ਸਾਰਾ ਕੁਝ ਦਿੱਤਾ ਹੈ। ਸੱਤਵੇਂ ਪਾਤਸ਼ਾਹ ਜੀ ਦੇ ਦਵਾਈਖਾਨੇ ਦੇ ਵਿੱਚੋਂ ਇਹ ਸਾਰਾ ਕੁਝ ਪ੍ਰਾਪਤ ਕਰਕੇ ਤੇ ਸੇਵਕ ਦਿੱਲੀ ਦੀ ਧਰਤੀ ਤੇ ਪਹੁੰਚੇ ਬਾਦਸ਼ਾਹ ਸ਼ਾਹਜਹਾਨ ਨੂੰ ਜਾ ਕਰਕੇ ਦਿੱਤਾ ਹੈ। ਇਹ ਸ਼ਾਹਜਹਾਨ, ਸੱਤਵੇਂ ਪਾਤਸ਼ਾਹ ਜੀ ਨੇ ਇਹ ਸਾਰੀਆਂ ਚੀਜ਼ਾਂ ਜੋ ਤੁਹਾਨੂੰ ਚਾਹੀਦੀਆਂ ਸਨ, ਵੈਦਾਂ ਨੇ ਕਿਹਾ ਸੀਗਾ ਕਿ ਪੁੱਤਰ ਦਾਰਾ ਛਕੋ, ਰਾਜਕੁਮਾਰ ਇਹਨਾਂ ਚੀਜ਼ਾਂ ਦੇ ਨਾਲ ਤੰਦਰੁਸਤ ਹੋ ਸਕਦਾ ਹੈ, ਉਹ ਚੀਜ਼ਾਂ ਮਿਲ ਗਈਆਂ ਹਨ। ਇਹ ਖਬਰ ਸੁਣ ਕੇ ਬਾਦਸ਼ਾਹ ਸ਼ਾਹਜਹਾਨ ਤੇ ਉਹਦਾ ਪੁੱਤਰ ਦਾਰਾ ਛਕੋ ਬੜੇ ਪ੍ਰਸੰਨ ਹੋਏ। ਬਾਦਸ਼ਾਹ ਆਪਣੇ ਪੁੱਤਰ ਦੇ ਕੋਲ ਗਿਆ ਤੇ ਦਾਰਾ ਛਕੋ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਬਹੁਤ ਸਿਫਤ ਕੀਤੀ ਹੈ, ਵਡਿਆਈ ਕੀਤੀ ਹੈ। ਆਪਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਘਰ ਦੀਆਂ ਕੁਝ ਵਿਚਾਰਾਂ ਕਰ ਰਹੇ ਹਨ ਬਾਦਸ਼ਾਹ ਤੇ ਬਾਦਸ਼ਾਹ ਦਾ ਪੁੱਤਰ ਦਾਰਾ ਛਕੋ, ਕਿ ਅਸੀਂ ਪਾਤਸ਼ਾਹ ਜੀ ਦੇ ਨਾਲ ਭਾਵੇਂ ਕਈ ਜੰਗ ਕੀਤੇ, ਛੇਵੇਂ ਪਾਤਸ਼ਾਹ ਜੀ ਦੇ ਨਾਲ ਕਈ ਵਾਰ ਫੌਜ ਚਾੜ ਕੇ ਭੇਜੀ, ਪਰ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਫਿਰ ਸਾਡੇ ਉੱਪਰ ਕਿੱਡਾ ਵੱਡਾ ਪਰਉਪਕਾਰ ਕੀਤਾ ਹੈ। ਸਾਡੀ ਭੁੱਲ ਸੀਗੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ, ਗੁਰੂ ਨਾਨਕ ਦਾ ਜਿਹੜਾ ਘਰ ਹੈ, ਜਿਹੜਾ ਹਮੇਸ਼ਾ ਭਲਾ ਮੰਗਦਾ ਹੈ ਸਾਰਿਆਂ ਦਾ, ਉਹਦੇ ਨਾਲ ਮੱਥਾ ਲਾ ਕਰਕੇ ਅਸੀਂ ਚੰਗਾ ਨਹੀਂ ਕੀਤਾ। ਬਾਦਸ਼ਾਹ ਪਛਤਾਇਆ ਹੈ ਔਰ ਸਤਿਗੁਰਾਂ ਦਾ ਕੀਤਾ ਹੋਇਆ ਪਰਉਪਕਾਰ ਦੇਖ ਕੇ ਬੜਾ ਖੁਸ਼ ਹੋਇਆ ਹੈ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ ਭਾਵਨਾ ਸਹਿਤ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਅਦਬ ਸਹਿਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ ਪਰ ਫਜ਼ਲ ਅਗਾਰੋ ਦੇ ਸਿਦਕ ਸਬੂਰੀ। ਔਰ ਆਪਸ ਦੇ ਵਿੱਚ ਹੁਣ ਜਦੋਂ ਸੱਤਵੇਂ ਪਾਤਸ਼ਾਹ ਜੀ ਨੇ ਉਹ ਜ਼ਰੂਰੀ ਦਵਾਈਆਂ, ਜੜੀਆਂ ਬੂਟੀਆਂ ਭੇਜ ਦਿੱਤੀਆਂ ਹਨ, ਬਾਦਸ਼ਾਹ ਨੂੰ ਪ੍ਰਾਪਤ ਹੋ ਗਈਆਂ ਹਨ, ਤੇ ਖੁਸ਼ੀ ਦੇ ਨਾਲ ਫਿਰ ਸੱਤਵੇਂ ਪਾਤਸ਼ਾਹ ਜੀ ਦੀ ਵਡਿਆਈ ਕਰ ਰਹੇ ਹਨ। ਔਰ ਪੁੱਤਰ ਵੀ ਕਹਿ ਰਿਹਾ ਦਾਰਾ ਛਕੋ ਕਿ ਜਿਨ੍ਹਾਂ ਦੇ ਉੱਪਰ हे ਪਿਤਾ ਜੀ ਮਾਲਕ ਦੀ ਕਿਰਪਾ ਹੁੰਦੀ ਹੈ, ਅੱਲਾ ਦੀ ਖੁਸ਼ੀ ਹੁੰਦੀ ਹੈ, ਉਹਨਾਂ ਦੇ ਅੰਦਰ ਸਿਦਕ ਹੁੰਦਾ ਹੈ ਔਰ ਉਹ ਹਮੇਸ਼ਾ ਦਿਆਲੂ ਹੁੰਦੇ ਹਨ। ਉਹ ਕਦੇ ਆਪਣੇ ਅੰਦਰ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਰੱਖਦੇ ਹਨ। ਔਰ ਅੱਲਾ ਪਾਕ ਹੈ, ਅੱਲਾ ਪਵਿੱਤਰ ਹੈ, ਤੇ ਮਨੁੱਖਾਂ ਦੇ ਅੰਦਰੋਂ ਵੀ ਸਾਰੇ ਤਰ੍ਹਾਂ ਦੇ ਔਗਣ, ਵੈਰ, ਵਿਰੋਧ ਉਹ ਖਤਮ ਕਰ ਦਿੰਦਾ ਹੈ। ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਵੀ ਸਰਬੱਤ ਦਾ ਭਲਾ ਕਰਨ ਵਾਲੇ ਔਰ ਬਿਲਕੁਲ ਸਾਫ਼ ਹਨ। ਔਰ ਦੁਨੀਆ ਈਰਖਾ ਦੀ, ਵੈਰ ਵਿਰੋਧ ਦੀ ਅੱਗ ਦੇ ਵਿੱਚ ਸੜ ਰਹੀ ਹੈ, ਪਰ ਗੁਰੂ ਕੇ ਜਿਹੜੇ ਪਿਆਰੇ ਹੁੰਦੇ ਹਨ ਉਹ ਹਮੇਸ਼ਾ ਸ਼ਾਂਤ, ਉੱਚੇ ਔਰ ਸੁੱਚੇ ਹਨ। ਔਰ ਗੁਰੂ ਕੇ ਪਿਆਰਿਆਂ ਦਾ ਸਬੰਧ ਖੁਦਾ ਦੇ ਨਾਲ ਹੈ, ਅੱਲਾ ਦੇ ਨਾਲ ਉਹਨਾਂ ਦੀ ਪ੍ਰੀਤ ਹੈ। ਦਿਨ ਰਾਤ ਬੰਦਗੀ ਦੇ ਵਿੱਚ ਜੁੜੇ ਰਹਿੰਦੇ ਹਨ ਤੇ ਕਹਿਣ ਲੱਗੇ ਪ੍ਰੀਤ ਪ੍ਰਤੀਤ ਖੁਦਾਏ ਕੀ ਸੋ ਪਾਕ ਸਦਾਈ। ਉਹਨਾਂ ਨੂੰ ਖੁਦਾ ਤੇ ਵਿਸ਼ਵਾਸ ਹੈ, ਭਰੋਸਾ ਹੈ, ਤੇ ਖੁਦਾ ਦੇ ਪਿਆਰੇ ਹਮੇਸ਼ਾ ਹੀ ਸਾਫ਼ ਪਵਿੱਤਰ ਹਨ। ਇਹ ਪਿਤਾ ਜੀ, ਇਹ ਗੁਰੂ ਘਰ ਦੀ ਨਿੱਤ ਹੀ ਚੰਗੀ ਸਿਫਤ ਰਹੀ ਹੈ, ਵਡਿਆਈ ਰਹੀ ਹੈ। ਉੱਥੇ ਜਿਹੜਾ ਵੀ ਗਿਆ ਹੈ ਸਤਿਗੁਰਾਂ ਨੇ ਹਮੇਸ਼ਾ ਸਤਿਕਾਰ ਬਖਸ਼ਿਆ ਹੈ ਤੇ ਹਰੇਕ ਦਾ ਭਲਾ ਹੋਇਆ ਹੈ। ਔਰ ਕਹਿਣ ਲੱਗੇ ਕਿ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਵੀ ਹੰਕਾਰ ਹੈ, ਹੁਣ ਬਾਦਸ਼ਾਹ ਨੇ ਸੋਚਿਆ ਹੈ, ਕਈ ਵਾਰ ਗੁਰੂ ਘਰ ਦੇ ਨਾਲ ਮੱਥਾ ਲਾਇਆ ਹੈ, ਝੂਠੇ ਹੰਕਾਰ
ਤੇ ਇਹ ਕਈ ਕੁਛ ਵਿਚਾਰਦਿਆਂ ਹੋਇਆ ਕਹਿਣ ਲੱਗੇ ਤਉ ਹਿਰਸ ਹੰਕਾਰ ਤੇ ਹੋਏ ਹੈ ਦੁਖਦਾਈ। ਪਰ ਹੁਣ ਬਾਦਸ਼ਾਹ ਨੂੰ ਪਹਿਲੇ ਸਮੇਂ ਦੇ ਵਿੱਚ ਗੁਰੂ ਘਰ ਦੇ ਨਾਲ ਜਿਹੜੇ ਜੰਗ ਯੁੱਧ ਕੀਤੇ ਗਏ ਹਨ ਉਹਦੇ ਅਤਿਅੰਤ ਦੁੱਖ ਹੋ ਰਿਹਾ ਹੈ। ਆਪਣਾ ਕਰੋ ਕਬਰ ਦੇ ਮੈਂ ਉਤਰੋ ਨਾ ਪੂਰਾ। ਔਰ ਕਹਿਣ ਲੱਗੇ ਕਿ ਹੁਣ ਮੈਂ ਕਦੇ ਵੀ ਅਗਾਂਹ ਇਸ ਤਰ੍ਹਾਂ ਨਹੀਂ ਕਰਾਂਗਾ ਔਰ ਗੁਰੂ ਘਰ ਦੇ ਨਾਲ ਮੱਥਾ ਲਾ ਕਰਕੇ ਮੈਂ ਕਦੇ ਜਿੱਤ ਵੀ ਨਹੀਂ ਸਕਦਾ, ਕਦੇ ਮੈਂ ਪੂਰਾ ਉੱਤਰ ਵੀ ਨਹੀਂ ਸਕਦਾ। ਕਹਿਣ ਲੱਗੇ ਉਤਰੋ ਨੈ ਪੂਰਾ। ਮੈਂ ਕਦੇ ਗੁਰੂ ਘਰ ਦੇ ਨਾਲ ਮੱਥਾ ਲਾ ਕਰਕੇ ਨਾ ਪਹਿਲਾਂ ਵਡਿਆਈ ਪ੍ਰਾਪਤ ਕੀਤੀ ਹੈ, ਕਦੇ ਜਿੱਤ ਨਸੀਬ ਹੋਈ ਹੈ ਔਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਉੱਚਾ ਕੋਈ ਹੋ ਵੀ ਨਹੀਂ ਸਕਦਾ ਹੈ। ਤੇ ਕਹਿਣ ਲੱਗਾ ਕਿ ਮੈਂ ਇੱਕ ਸਧਾਰਨ ਪੁਰਸ਼ ਹਾਂ, ਮੈਂ ਇੱਕ ਦੁਨਿਆਵੀ ਬੰਦਾ ਹਾਂ, ਭਾਵੇਂ ਮੇਰੇ ਕੋਲ ਬਾਦਸ਼ਾਹੀ ਹੈ, ਮੈਂ ਮਨੁੱਖ ਅਗਿਆਨ ਜੁੱਤ ਅਗਿਆਨ ਦਾ ਭਰਿਆ ਹੋਇਆ ਦੁਨੀਆ ਦੀ ਸ਼ਕਤੀ ਦਾ ਹੰਕਾਰ ਲੈ ਕਰਕੇ ਬੈਠਾ ਹੋਇਆ। ਸੋ ਅੱਲਾ ਜਹੂਰਾ ਔਰ ਸਤਵੇਂ ਪਾਤਸ਼ਾਹ ਜੀ ਤਾਂ ਅੱਲਾ ਦਾ ਖੁਦਾ ਦਾ ਰੂਪ ਹਨ। ਔਰ ਹੁਣ ਜਿਹੜੀ ਚੰਗੀ ਮੱਤ ਹੈ ਬਾਦਸ਼ਾਹ ਨੇ ਗ੍ਰਹਿਣ ਕੀਤੀ ਹੈ, ਹੁਣ ਸੋਝੀ ਆਈ ਹੈ ਤੇ ਕਹਿਣ ਲੱਗਾ ਕਿ ਆਪਣੇ ਮਨ ਦੇ ਵਿੱਚੋਂ ਸਾਰਾ ਜਿਹੜਾ ਇਹ ਪਹਿਲਾਂ ਵਾਲੇ ਜਿਹੜੇ ਖਿਆਲ ਸਨ, ਆਪਣੀ ਸ਼ਕਤੀ ਦਾ ਮਾਣ ਜਿਹੜਾ ਸੀਗਾ, ਸਾਰਾ ਕੁਝ ਛੱਡ ਕੇ ਸਹਿਬ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਿਫਤ, ਗੁਰੂ ਹਰਿਰਾਏ ਸਾਹਿਬ ਜੀ ਦੀਆਂ ਵਡਿਆਈਆਂ ਬਾਦਸ਼ਾਹ ਸ਼ਾਹਜਹਾਨ ਕਰਦਾ ਹੈ। ਔਰ ਹੁਣ ਦਿੱਲੀ ਦੀ ਧਰਤੀ ਤੇ ਜਦੋਂ ਆਪਣੇ ਰਾਜਕੁਮਾਰ ਦਾਰਾ ਸ਼ਿਕੋਹ ਵਾਸਤੇ ਉਹਦੀ ਬਿਮਾਰੀ ਦੇ ਵਾਸਤੇ ਸਤਿਗੁਰਾਂ ਨੇ ਸਹਾਇਤਾ ਭੇਜੀ ਹੈ, ਸਾਰਾ ਕੁਝ ਸਤਵੇਂ ਪਾਤਸ਼ਾਹ ਜੀ ਨੇ ਭੇਜ ਦਿੱਤਾ ਹੈ। ਤੇ ਸਤਵੇਂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਕਵੀ ਜੀ ਲਿਖਦੇ ਹਨ ਕਿ ਵਾਰ-ਵਾਰ ਬਾਦਸ਼ਾਹ ਨੇ ਆਪਣੀ ਜਿਹੜੀ ਸੀਸ ਹੈ ਝੁਕਾਇਆ ਹੈ। ਸ਼੍ਰੀ ਨਾਨਕ ਨਾਮ ਕੋ ਨਿਜ ਗਰੀਬ ਨਿਵਾਈ, ਆਪਣੀ ਗਰੀਬ ਤੋਂ ਭਾਵ ਧੌਣ ਵਾਰ-ਵਾਰ ਸੀਸ ਗੁਰੂ ਨਾਨਕ ਦੇਵ ਜੀ ਦੇ ਘਰ ਵੱਲ ਝੁਕਾ ਰਿਹਾ ਹੈ। ਤੇ ਉਸੇ ਵੇਲੇ ਹੁਕਮ ਭੇਜਿਆ ਕਿ ਜਾਓ ਸ਼ਾਹੀ ਜਿਹੜੇ ਵੈਦ ਹਨ, ਸਾਡੇ ਅਨੇਕਾਂ ਤਰ੍ਹਾਂ ਦੇ ਜਿਹੜੇ ਹਕੀਮ ਹਨ, ਜਿਨ੍ਹਾਂ ਨੇ ਆਖਿਆ ਸੀ ਸਲਾਹ ਕਰਕੇ ਕਿ ਇਹ 28 ਤੋਲੇ ਦੀ ਹਰੜ, ਇੱਕ ਮਾਸੇ ਦੀ ਲੌਂਗ ਤੇ ਗੱਜ ਮੋਤੀ, ਇਹ ਜਿਹੜੀਆਂ ਚੀਜ਼ਾਂ ਕੁਝ ਮੰਗਵਾਈਆਂ ਸਨ, ਜਾਓ ਭਾਈ ਉਹਨਾਂ ਨੂੰ ਲੈ ਕਰਕੇ ਆਓ। ਕਾਲੀ ਦੇ ਨਾਲ ਉਹਨਾਂ ਦਾ ਮੰਗਵਾਇਆ ਹੋਇਆ ਸਾਰਾ ਸਮਾਨ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਗੁਰੂ ਹਰਿਰਾਏ ਸਾਹਿਬ ਜੀ ਦੀ ਕਿਰਪਾ ਦੇ ਨਾਲ ਆ ਗਿਆ ਹੈ। ਔਰ ਕਹਿਣ ਲੱਗੇ ਦੋਵੇਂ ਚੀਜ਼ਾਂ ਜਿਹੜੀਆਂ ਬੜੀਆਂ ਬੇਸ਼ੁਮਾਰ ਕੀਮਤੀ ਸਨ, ਉਹ ਗੱਜ ਮੋਤੀ ਤੇ ਹਰੜਾ ਲੌਂਗ ਸਾਰਾ ਕੁਝ ਹੀ ਪ੍ਰਾਪਤ ਹੋਇਆ ਹੈ। ਔਰ ਜਦੋਂ ਫਿਰ ਉਹ ਸਾਰੇ ਵੈਦ ਤੇ ਹਕੀਮ ਆਏ, ਉਹਨਾਂ ਨੇ ਆ ਕਰਕੇ ਦੇਖਿਆ ਕਿ ਜਿਸ ਤਰ੍ਹਾਂ ਦੀ ਸਾਡੀ ਇੱਛਾ ਸੀਗੀ, ਜੋ ਅਸੀਂ ਚਾਹੁੰਦੇ ਸੀਗੇ, ਸਤਵੇਂ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਉਸੇ ਤਰ੍ਹਾਂ ਦਾ ਹੀ ਮਿਲਿਆ ਹੈ। ਬਹੁਤ ਤਾਰੀਫ ਸਭ ਦੁਰਲੱਭ ਬਹੁ ਪਾਈ ਹੈ ਬਾਦਸ਼ਾਹ, ਇਹ ਚੀਜ਼ਾਂ ਬੜੀਆਂ ਦੁਰਲੱਭ ਹਨ, ਕਿਸੇ ਸਧਾਰਨ ਜਗ੍ਹਾ ਤੋਂ ਨਹੀਂ ਮਿਲੀਆਂ ਜਿਹੜੀਆਂ ਚੀਜ਼ਾਂ ਸਤਵੇਂ ਪਾਤਸ਼ਾਹ ਜੀ ਨੇ ਭੇਜੀਆਂ ਹਨ। ਔਰ ਉਸੇ ਵੇਲੇ ਫਿਰ ਪੁੱਤਰ ਰਾਜਕੁਮਾਰ ਦਾਰਾ ਸ਼ਿਕੋਹ ਦਾ ਇਲਾਜ ਫਿਰ ਸ਼ੁਰੂ ਹੋਇਆ ਹੈ। ਉਹਨਾਂ ਵੈਦਾਂ ਨੇ, ਹਕੀਮਾਂ ਨੇ ਦਾਰਾ ਸ਼ਿਕੋਹ ਜਿਹੜਾ ਸ਼ਾਹਜਹਾਨ ਦਾ ਸੁਪੁੱਤਰ ਹੈ, ਆਉਣ ਵਾਲੇ ਸਮੇਂ ਦੇ ਵਿੱਚ ਜਿਹਨੇ ਬਾਦਸ਼ਾਹ ਬਣਨਾ ਹੈ, ਉਹਦਾ ਇਲਾਜ ਫਿਰ ਉਹਨਾਂ ਵੈਦਾਂ ਨੇ ਉਹ ਚੀਜ਼ਾਂ ਜਦੋਂ ਆ ਗਈਆਂ ਆਰੰਭ ਕੀਤਾ ਹੈ। ਔਰ ਚੰਦ ਕੋ ਦਿਨਾਂ ਦੇ ਵਿੱਚ ਉਹਨਾਂ ਚੀਜ਼ਾਂ ਦਾ ਸੇਵਨ ਕੀਤਾ, ਦਵਾਈਆਂ ਤਿਆਰ ਹੋਈਆਂ ਤੇ ਇਹ ਸਾਰਾ ਕੁਝ ਕਰਕੇ ਤੇ ਝਾਟੀ ਜਿਹੜਾ ਦਾਰਾ ਸ਼ਿਕੋਹ ਹੈ ਉਹਦੀ ਸਿਹਤ ਠੀਕ ਹੋ ਗਈ, ਤੰਦਰੁਸਤੀ ਆ ਗਈ ਹੈ, ਸਰੀਰ ਨਰੋਆ ਹੋ ਗਿਆ ਹੈ। ਕਹਿਣ ਲੱਗੇ ਕਿ ਹੁਣ ਭਇਓ ਅਰੁਜ ਤਤਕਾਲ ਹੀ ਕਰ ਖੁਸ਼ੀ ਵਿਸਾਲਾ,
ਸਾਰੇ ਰਾਜ ਭਾਗ ਦੇ ਵਿੱਚ, ਬਾਦਸ਼ਾਹ ਦੇ ਘਰ ਦੇ ਵਿੱਚ, ਮਹਿਲਾਂ ਦੇ ਵਿੱਚ ਸਾਰੇ ਪਾਸੇ ਖੁਸ਼ੀ ਹੈ ਤੇ ਸਾਰੇ ਖੁਸ਼ ਪ੍ਰਸੰਨ ਆਨੰਦਿਤ ਹੋਏ ਹਨ। ਮੰਗਲ ਨਾਨਾ ਬਿਦਨ ਕੇ ਉਪਜੇ ਦਰਹਾਲਾ। ਔਰ ਰਾਜ ਦਰਬਾਰ ਦੇ ਵਿੱਚ ਕਈ ਤਰ੍ਹਾਂ ਦੇ ਮੰਗਲ ਹੋਏ। ਸਾਰਿਆਂ ਦੇ ਮਨਾਂ ਦੇ ਵਿੱਚ ਚਾਉ ਹੈ ਕਿ ਬਾਦਸ਼ਾਹ ਬੜਾ ਫਿਕਰਮੰਦ ਸੀਗਾ ਕਿ ਮੇਰੇ ਪੁੱਤਰਾਂ ਦੇ ਵਿੱਚੋਂ ਸਭ ਤੋਂ ਸਿਆਣਾ ਜਿਹੜਾ ਪੁੱਤਰ ਹੈ, ਵੱਡਾ ਦਾਰਾਸ਼ਕੋ, ਜਿਹੜਾ ਬੜਾ ਗੁਣੀ ਹੈ, ਅੱਤ ਦਾ ਬਿਮਾਰ ਪੈ ਚੁੱਕਿਆ ਸੀਗਾ, ਪਰ ਹੁਣ ਅੱਲਾ ਦੀ ਕਿਰਪਾ ਦੇ ਨਾਲ ਤੰਦਰੁਸਤੀ ਮਿਲੀ ਹੈ। 7ਵੇਂ ਪਾਤਸ਼ਾਹ ਜੀ ਦਾ ਵੱਡਾ ਪਰਉਪਕਾਰ ਹੋਇਆ ਹੈ, ਇਸ ਕਰਕੇ ਬਾਦਸ਼ਾਹ ਬੜਾ ਖੁਸ਼ ਹੈ। ਭਾਈ ਸਤਿਗੁਰ ਕੇ ਘਰ ਕੋ ਧੰਨ ਧੰਨ। ਕਹਿਣ ਲੱਗੇ ਕਿ ਵਾਰ-ਵਾਰ ਫਿਰ ਬਾਦਸ਼ਾਹ ਤੇ ਉਹਦੇ ਵਜ਼ੀਰ ਤੇ ਸਾਰੇ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਸਿਫਤ, ਗੁਰੂ ਨਾਨਕ ਦੇਵ ਜੀ ਦੇ ਘਰ ਦੀ ਵਡਿਆਈ, ਸਤਿਗੁਰ ਕੇ ਘਰ ਕੋ ਧੰਨ ਧੰਨ ਸਾਰੇ। ਇਹ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ, ਤੁਸੀਂ ਧੰਨ ਹੋ, ਤੁਸੀਂ ਪਰਉਪਕਾਰੀ ਹੋ, ਤੁਹਾਡਾ ਸ਼ੁਕਰ ਹੈ। ਵਾਰ-ਵਾਰ ਸਤਿਗੁਰਾਂ ਦਾ ਸ਼ੁਕਰਾਨਾ ਕਰ ਰਹੇ ਸਨ। ਤੇ ਬਾਦਸ਼ਾਹ ਪ੍ਰਸੰਨ ਹੋ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਵਾਰ-ਵਾਰ ਯਾਦ ਕਰਦਾ ਹੈ, ਆਖਦਾ ਹੈ ਇਹ ਪੁੱਤਰ ਨੂੰ ਜਿਹੜੀ ਉਮਰ ਮਿਲੀ ਹੈ, ਇਹ 7ਵੇਂ ਪਾਤਸ਼ਾਹ ਜੀ ਦਾ ਪਰਉਪਕਾਰ ਹੋਇਆ ਹੈ। ਔਰ ਜਿਹੜਾ ਹਮੇਸ਼ਾ ਮੇਰੀ ਇੱਛਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਾਜ ਭਾਗ ਸੰਭਾਲੇਗਾ, ਕਰੇਗਾ। ਔਰ ਸਾਰੇ ਜਗਤ ਦੇ ਵਿੱਚ, ਇੱਥੋਂ ਤੱਕ ਦਿੱਲੀ ਦੀ ਧਰਤੀ ਤੱਕ ਤੇ ਦਿੱਲੀ ਦੇ ਬਾਦਸ਼ਾਹ ਦਾ ਜਿੱਥੋਂ ਤੱਕ ਹੁਕਮ ਚੱਲਦਾ ਹੈ, ਸਾਰੇ ਪਾਸੇ ਗੁਰੂ ਨਾਨਕ ਦੇ ਘਰ ਦੀ ਸਿਫਤ ਤੇ ਸਾਧ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਵਡਿਆਈ ਹਰ ਪਾਸੇ ਹੋ ਰਹੀ ਹੈ ਕਿ ਸਤਿਗੁਰਾਂ ਨੇ ਆਪਣੇ ਮਨ ਦੇ ਵਿੱਚੋਂ ਜਿਹੜਾ ਇਹ ਖਿਆਲ ਛੱਡ ਕੇ ਕਿ ਬਾਦਸ਼ਾਹ ਦੇ ਨਾਲ ਇਤਨੇ ਜੰਗ ਹੋਏ ਜਾਂ ਦੁਸ਼ਮਣੀ ਚੱਲਦੀ ਹੈ, ਪਾਤਸ਼ਾਹ ਜੀ ਨੇ ਥੋੜ੍ਹਾ ਵੀ ਮਨ ਦੇ ਵਿੱਚ ਵਿਚਾਰਿਆ ਨਹੀਂ। ਇੱਕ ਹੀ ਬੇਨਤੀ ਤੇ ਬਾਦਸ਼ਾਹ ਦੀ ਇੱਕੋ ਬੇਨਤੀ ਤੇ ਉਹਦੇ ਪੁੱਤਰ ਵਾਸਤੇ ਸਾਰਾ ਕੁਝ ਭੇਜ ਦਿੱਤਾ ਹੈ। ਇਹ ਵਡਿਆਈ ਚਾਰੇ ਪਾਸੇ ਦੂਰ ਤੱਕ ਗੁਰੂ ਨਾਨਕ ਦੇ ਘਰ ਦੀ ਹੋ ਰਹੀ ਹੈ। ਕਹਿਣ ਲੱਗੇ ਇਸ ਢੰਗ ਦੇ ਨਾਲ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਗਰੀਬ ਨਿਵਾਜ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬਿਰਾਜੇ ਹੋਏ ਹਨ। ਉਹਨਾਂ ਦਾ ਕੋਮਲ ਸੁਭਾਅ, ਉਹਨਾਂ ਦੀ ਪਰਉਪਕਾਰ ਵਾਲੀ ਬਿਰਤੀ ਤੇ ਸਰਬੱਤ ਦੇ ਭਲੇ ਵਾਲੀ ਜਿਹੜੀ ਬਿਰਤੀ ਹੈ, ਉਹਦੇ ਕਰਕੇ ਫਿਰ ਬਹੁਤ ਵੱਡਾ ਸਤਿਕਾਰ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਕਾਇਮ ਹੋਇਆ ਹੈ। ਔਰ ਬਾਦਸ਼ਾਹ ਸ਼ਾਹਜਹਾਨ ਵਰਗੇ ਵੀ ਸਤਿਗੁਰਾਂ ਦੇ ਘਰ ਦਾ ਸਤਿਕਾਰ ਕਰਨ ਲੱਗੇ ਹਨ। ਤੇ ਫਿਰ ਬਾਅਦ ਵਿੱਚ 7ਵੇਂ ਪਾਤਸ਼ਾਹ ਜੀ ਦੇ ਸਾਰੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦਾ ਜੰਗ ਯੁੱਧ ਨਹੀਂ ਹੋਇਆ। ਉਹਦਾ ਇੱਕ ਕਾਰਨ ਇਹ ਸੀਗਾ ਕਿ 7ਵੇਂ ਪਾਤਸ਼ਾਹ ਜੀ ਦਾ ਇਤਨਾ ਵੱਡਾ ਪਰਉਪਕਾਰ ਜਦੋਂ ਕਰ ਦਿੱਤਾ ਗਿਆ, ਫਿਰ ਕਦੇ ਵੀ ਬਾਦਸ਼ਾਹ ਨੇ ਸੋਚਿਆ ਤੱਕ ਨਹੀਂ ਕਿ ਸਤਿਗੁਰਾਂ ਦੇ ਉੱਪਰ ਫਿਰ ਮੈਂ ਚੜ੍ਹਾਈ ਕਰਾਂ। ਅੱਗੇ 4 ਜੰਗਾਂ ਦੇ ਵਿੱਚ ਮੈਨੂੰ ਹਾਰ ਹੋਈ ਹੈ ਤੇ ਮੈਂ ਬਦਲਾ ਲਵਾਂ। ਹੁਣ ਤਾਂ 6ਵੇਂ ਪਾਤਸ਼ਾਹ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਚੱਲ ਵਸੇ ਹਨ। ਪਰ ਬਾਅਦ ਵਿੱਚ ਜਦੋਂ ਸਤਿਗੁਰਾਂ ਨੇ ਐਸੇ ਪਰਉਪਕਾਰ ਕੀਤੇ ਹਨ ਤੇ ਬਾਦਸ਼ਾਹ ਪਰਉਪਕਾਰਾਂ ਦਾ ਕਰਕੇ ਹਮੇਸ਼ਾ ਹੀ ਗੁਰੂ ਘਰ ਦੇ ਅੱਗੇ ਝੁਕਦਾ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬੇਅੰਤ ਸੰਗਤ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਰਹੀ ਹੈ ਤੇ ਅਨੇਕਾਂ ਤਰ੍ਹਾਂ ਦੇ ਉਪਹਾਰ, ਭੇਟਾਵਾਂ, ਵਸਤੂਆਂ ਲਿਆ ਕਰਕੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਿਤ ਕਰਦੇ ਹਨ। ਔਰ ਮਨ ਇਸ਼ਤ ਫਲ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੁੰਦੇ ਹਨ। ਸੇਵਕ ਗੁਰੂ ਕੇ ਚਰਨਾਂ ਦੇ ਵਿੱਚ ਖੜ ਕੇ ਅਰਦਾਸਾਂ ਕਰਦੇ ਹਨ ਤੇ ਗਰੀਬ ਨਿਵਾਜ ਸਤਿਗੁਰੂ ਜੀ ਸਭ ਨੂੰ ਖੁਸ਼ੀਆਂ, ਆਨੰਦ ਬਖਸ਼ਦੇ ਹਨ।
ਔਰ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੁਣ ਕੇਵਲ ਤੇ ਕੇਵਲ ਮਾਲਕ ਦੀ ਕੀਰਤੀ ਹੋ ਰਹੀ ਹੈ, ਕਿਉਂਕਿ ਕੁਝ ਸਮਾਂ ਪਿਛਲਾ ਐਸਾ ਚੱਲਿਆ ਹੈ ਜਦੋਂ ਜੰਗ ਹੋਏ ਤੇ ਸਿੱਖ ਸਤ ਸੰਗਤ ਵਾਲੇ ਪਾਸਿਓਂ ਥੋੜ੍ਹਾ ਜਿਹਾ ਧਿਆਨ ਹਟਾ ਕੇ ਤੇ ਯੁੱਧ ਅਭਿਆਸ ਵਾਲੇ ਪਾਸੇ ਬਹੁਤਾ ਧਿਆਨ ਦੇਣ ਲੱਗ ਪਏ ਸਨ, ਕਿਉਂਕਿ ਸਮਾਂ ਹੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸਨ। ਜਿਹੋ ਜਿਹਾ ਸਮਾਂ ਹੋਵੇ ਫਿਰ ਉਸੇ ਤਰ੍ਹਾਂ ਵਕਤ ਵਿਚਾਰੇ ਸੋ ਬੰਦਾ ਹੋਏ, ਫਿਰ ਉਸ ਤਰ੍ਹਾਂ ਚੱਲਣਾ ਪੈਂਦਾ ਹੈ। ਪਰ ਹੁਣ 4 ਯੁੱਧ ਹੋਏ ਤੇ ਉਸ ਤੋਂ ਬਾਅਦ ਹੁਣ ਸ਼ਾਂਤੀ ਹੋਈ ਹੈ। ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਹੁਣ ਲੰਮਾ ਸਮਾਂ ਸ਼ਾਂਤੀ ਹੈ ਤੇ ਸੰਗਤ ਦੀ ਗਿਣਤੀ ਪਹਿਲਾਂ ਦੇ ਨਾਲੋਂ ਕਈ ਗੁਣਾ ਵੱਧ ਗਈ ਹੈ। ਬਹੁਤ ਵੱਡੀ ਗਿਣਤੀ ਵਿੱਚ ਸੰਗਤ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਆ ਰਹੀ ਹੈ ਤੇ ਸਾਰਾ ਦਿਨ 7ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੀੜ ਲੱਗੀ ਰਹਿੰਦੀ ਹੈ। ਕੀਰਤਪੁਰ ਮੈਂ ਭੀੜ ਹੋਤ ਨਿਤ ਅਰਜ ਗੁਜ਼ਾਰੇ, ਗੁਰੂ ਕੇ ਚਰਨਾਂ ਦੇ ਵਿੱਚ ਸੇਵਕ ਅਰਜ ਗੁਜ਼ਾਰਦੇ ਹਨ। ਮਿਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਸਤਿਗੁਰੂ 7ਵੇਂ ਪਾਤਸ਼ਾਹ ਜੀ ਨੂੰ ਆ ਕਰਕੇ ਸੇਵਕ ਮਿਲਦੇ ਹਨ। ਬਿਰਦਾ ਸ਼ਰਦਾ ਸਤਿਗੁਰ ਕੀ ਪ੍ਰੇਮਾ ਭਗਤ ਹਿਰਦੈ ਲਿਵ ਲਾਏ। ਔਰ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਇਹਨਾਂ ਦਿਨਾਂ ਦੇ ਵਿੱਚ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਅੰਤ ਸੰਗਤ ਆ ਰਹੀ ਹੈ ਤੇ ਬੇਅੰਤ ਗੁਰੂ ਕੇ ਪਿਆਰੇ ਜਿਨ੍ਹਾਂ ਦੇ ਅੰਦਰ ਇੱਛਾ ਹੁੰਦੀ ਹੈ ਕੋਈ ਪ੍ਰਸ਼ਾਦਾ ਤਿਆਰ ਕਰਕੇ, ਕਈ ਤਰ੍ਹਾਂ ਦੀਆਂ ਵਸਤੂਆਂ ਤਿਆਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੈ ਕਰਕੇ ਹਾਜ਼ਰ ਹੁੰਦੇ ਆ ਤੇ ਕਈਆਂ ਦੀ ਬੇਨਤੀ ਹੁੰਦੀ ਹੈ ਪਾਤਸ਼ਾਹ ਸਾਡੇ ਘਰ ਦੇ ਵਿੱਚ ਚਰਨ ਪਾਓ। ਬੜੇ ਅਦਬ ਦੇ ਨਾਲ ਸਤਿਗੁਰਾਂ ਨੂੰ ਘਰ ਦੇ ਵਿੱਚ ਲੈ ਕਰਕੇ ਜਾਂਦੇ ਹਨ, ਸਤਿਗੁਰਾਂ ਦਾ ਸਨਮਾਨ ਕਰਦੇ ਹਨ, ਸੋਹਣੇ ਪਕਵਾਨ ਤਿਆਰ ਕਰਕੇ ਛਕਾਉਂਦੇ ਹਨ। ਗਰੀਬ ਨਿਵਾਜ ਸਤਿਗੁਰਾਂ ਦਾ ਪਿਆਰ, ਗਰੀਬ ਨਿਵਾਜ ਸਤਿਗੁਰਾਂ ਦਾ ਕੋਮਲ ਸੁਭਾਅ ਤੇ ਸਾਰਿਆਂ ਦਾ ਭਲਾ ਕਰਨ ਵਾਲੀ ਬਿਰਤੀ ਦਾ ਕਰਕੇ ਬਹੁਤ ਜ਼ਿਆਦਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਜੀ ਦੀ ਵਡਿਆਈ ਹੋ ਰਹੀ ਹੈ। ਤੇ ਕਹਿਣ ਲੱਗੇ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਬਿਰਧ ਮਾਤਾ ਜਿਨ੍ਹਾਂ ਦੇਖਿਆ ਹੈ ਕਿ ਸਤਿਗੁਰੂ ਜੀ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਬਿਰਧਾ ਸ਼ਰਧਾ ਸਤਿਗੁਰ ਕੀ ਪ੍ਰੇਮਾ ਭਗਤ ਹਿਰਦੈ ਲਿਵ ਲਾਏ, ਜਿਹਦੇ ਮਨ ਦੇ ਵਿੱਚ ਵੀ ਪ੍ਰੇਮ ਪੈਦਾ ਹੋ ਗਿਆ ਕਿ 7ਵੇਂ ਪਾਤਸ਼ਾਹ ਜੀ ਦੀ ਸੇਵਾ ਸੰਗਤ ਇਤਨੀ ਵੱਡੀ ਸੇਵਾ ਕਰਦੀ ਹੈ ਤੇ ਮੈਂ ਵੀ ਸੇਵਾ ਕਰਾਂ। ਇੱਕ ਬਿਰਧ ਮਾਤਾ ਅੱਤ ਦੀ ਗਰੀਬੀ ਹੈ ਘਰ ਦੇ ਵਿੱਚ ਤੇ ਇਕੱਲੀ ਰਹਿ ਰਹੀ ਹੈ ਤੇ ਗਰੀਬ ਨਿਵਾਜ ਸਤਿਗੁਰਾਂ ਦੀ 7ਵੇਂ ਪਾਤਸ਼ਾਹ ਜੀ ਦੀ ਜਿਸ ਤਰ੍ਹਾਂ ਆਮ ਲੋਕ ਸੇਵਾ ਕਰਦੇ ਹਨ, ਇਹਦੇ ਮਨ ਦੇ ਵਿੱਚ ਇੱਛਾ ਹੈ ਕਿ ਸਤਿਗੁਰੂ ਜੀ ਘਰ ਦੇ ਵਿੱਚ ਆਉਣ ਤੇ ਮੈਂ ਸੇਵਾ ਕਰਾਂ। ਇਸ ਤਰ੍ਹਾਂ ਦੀ ਭਾਵਨਾ ਰੱਖਦੀ ਹੈ। ਔਰ ਗਰੀਬ ਨਿਵਾਜ ਸਤਿਗੁਰਾਂ ਦੇ ਘਰ ਦੀ ਸਿਫਤ ਸੰਗਤਾਂ ਦੇ ਕੋਲੋਂ ਇਸ ਮਾਤਾ ਨੇ, ਬਿਰਧ ਮਾਤਾ ਨੇ ਸੁਣੀ ਹੈ। ਔਰ ਫਿਰ ਇਹ ਵੀ ਜਿਵੇਂ 7ਵੇਂ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਬੇਅੰਤ ਸੰਗਤਾਂ ਖੁਸ਼ੀਆਂ ਲੈ ਕਰਕੇ ਆਉਂਦੀਆਂ ਹਨ, ਸਤਿਗੁਰਾਂ ਦੀ ਵਡਿਆਈ ਕਰ ਰਹੇ ਹਨ, ਪਾਤਸ਼ਾਹ ਜੀ ਨੂੰ ਯਾਦ ਕਰ ਰਹੇ ਹਨ ਸਾਰੇ। ਇਹ ਮਾਤਾ ਵੀ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੀ ਸ਼ਰਧਾਲੂ ਬਣ ਗਈ ਹੈ ਤੇ ਦਿਨ ਰਾਤ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਯਾਦ ਕਰਦੀ ਹੈ। ਸਤਿਗੁਰਾਂ ਦੀ ਮੂਰਤ ਹਿਰਦੇ ਦੇ ਵਿੱਚ ਵਸਾ ਲਈ ਹੈ ਔਰ ਸਤਿਗੁਰਾਂ ਤੋਂ ਬਲ ਜਾਵਾਂਗੀ, ਹੇ ਪਾਤਸ਼ਾਹ ਗਰੀਬ ਨਿਵਾਜ ਬੇਅੰਤ ਸੰਗਤਾਂ ਦੀ ਭਾਵਨਾ ਪੂਰੀ ਕਰਦੇ ਹੋ। ਸਤਿਗੁਰੂ ਜੀ ਮੈਨੂੰ ਵੀ ਗਰੀਬਨੀ ਨੂੰ ਦੀਦਾਰ ਦੇ ਕਰਕੇ ਨਿਹਾਲ ਕਰੋ ਜੀ। ਤੇ ਘਰ ਦੇ ਵਿੱਚ ਇਤਨੀ ਦੇਖੋ ਰਿਜ਼ਕ ਨਹੀਂ ਹੈ ਕਿ ਬਹੁਤਾ ਕੋਈ ਇਤਨਾ ਪ੍ਰਬੰਧ ਨਹੀਂ ਹੈ। ਘਰ ਤੇ ਨਿਰਧਨ ਅਸਣ ਨਾ ਪਾਵੈ, ਬਿਲਕੁਲ ਨਿਰਧਨ ਹੈ ਤੇ ਆਪਣਾ ਵੀ ਜਿਹੜਾ ਖਾਣਾ ਹੈ ਉਹ ਵੀ ਪੂਰਾ ਨਹੀਂ ਹੁੰਦਾ। ਅੱਤ ਦੀ ਗਰੀਬੀ ਹੈ ਤੇ ਕਰਤ ਗੁਰ ਸੇਵ ਬਣਾਏ, ਪਰ ਇੱਛਾ ਹੈ ਮੈਂ 7ਵੇਂ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾਉਣਾ ਹਾਂ। ਆਪਣੇ ਪ੍ਰਸ਼ਾਦੇ ਦਾ ਕੋਈ ਪ੍ਰਬੰਧ ਨਹੀਂ ਹੁੰਦਾ, ਪਰ ਇੱਛਾ ਜਾਗ ਪਈ ਹੈ ਕਿ ਜਿਸ ਤਰ੍ਹਾਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਹਨ ਔਰ ਸਤਿਗੁਰਾਂ ਨੂੰ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਤੇ ਗੁਰੂ ਕੇ ਸਤਿਗੁਰਾਂ ਨੂੰ ਛਕਾ ਕਰਕੇ ਖੁਸ਼ੀਆਂ ਲੈਂਦੇ ਹਨ, ਮੈਂ ਵੀ ਲੈਣੀਆਂ ਹਨ। ਮੈਂ ਵੀ ਪਾਤਸ਼ਾਹ ਜੀ ਦੀ ਸੇਵਾ ਕਰਨੀ ਹੈ।
ਇਹ ਮਨ ਦੇ ਵਿੱਚ ਇੱਛਾ ਬਿਰਧ ਮਾਤਾ ਦੇ ਪੈਦਾ ਹੋਈ ਹੈ। ਮਮ ਕਰਤੇ ਕਿਸ ਵਿਦ ਬਨ ਆਵੈ ਤਬ ਸਫਲਤਾ ਮੈਂ ਨਿਜ ਪਾਏ। ਔਰ ਕਹਿਣ ਲੱਗੇ ਕਿ ਗਰੀਬ ਨਿਵਾਜ, हे ਪਾਤਸ਼ਾਹ ਜੀ ਮਿਹਰ ਕਰੋ, ਕਿਰਪਾ ਕਰੋ ਕਿ ਇਹੋ ਜਿਹੀ ਵਿਧ ਬਣੇ ਤੇ ਤੁਸੀਂ ਆ ਕਰਕੇ ਦੀਦਾਰ ਬਖਸ਼ੋ ਤਾਂ ਜਿਹੜਾ ਮੇਰਾ ਜੀਵਨ ਹੈ ਸਫਲ ਹੈ ਸੰਸਾਰ। ਇਹ ਪਾਤਸ਼ਾਹ ਜੇ ਜੀਵਨ ਦੇ ਵਿੱਚ ਥੋੜੀ ਮੈਂ ਸੇਵਾ ਕਮਾ ਸਕਾਂ। ਇੱਕ ਦਿਨ ਧਰਮ ਕਿਰਤ ਕੁਛ ਕਰਕੇ ਟਕਾ ਏਕ ਮਿਹਨਤ ਕੋ ਲੀਨਾ। ਤੇ ਕਹਿਣ ਲੱਗੇ ਕਿ ਫਿਰ ਇਸ ਬਿਰਧ ਮਾਤਾ ਨੇ ਕੁਝ ਦਿਨ ਕੰਮ ਕੀਤਾ ਹੈ ਇੱਧਰ ਉੱਧਰ ਘਰਾਂ ਦੇ ਵਿੱਚ, ਤੇ ਥੋੜੇ ਕੋ ਪੈਸੇ ਕੁਝ ਇਸ ਮਾਤਾ ਨੇ ਮਨ ਦੇ ਵਿੱਚ ਇਹ ਇੱਛਾ ਰੱਖ ਕੇ ਕਿ ਸਤਵੇਂ ਪਾਤਸ਼ਾਹ ਜੀ ਦੀ ਸੇਵਾ ਕਰਨੀ ਹੈ, ਕੁਝ ਕੋ ਪੈਸੇ ਕਮਾਏ ਹਨ। ਸਮਗਰੀ ਕਰੀ ਖਰੀਦਨ ਨਿਜ ਗ੍ਰਹਿ ਆਏ ਲੀਪ ਮੋਕੀਨਾ। ਸਰੀਰ ਭਾਵੇਂ ਬਿਰਧ ਹੈ ਪਰ ਬਿਰਧ ਅਵਸਥਾ ਦੇ ਵਿੱਚ ਵੀ ਇੱਧਰ ਉੱਧਰ ਕੰਮ ਕਰਕੇ ਤੇ ਥੋੜਾ ਜਿਹਾ ਪੈਸਾ ਇਕੱਠਾ ਕੀਤਾ ਹੈ। ਇੱਛਾ ਹੈ ਕਿ ਮੈਂ ਕਮਾ ਕਰਕੇ, ਮੰਗ ਕੇ ਨਹੀਂ, ਆਪਣੇ ਹੱਥੀਂ ਕਮਾ ਕਰਕੇ, ਹੱਥੀਂ ਮਿਹਨਤ ਕਰਕੇ, ਕਿਰਤ ਕਰਕੇ ਉਹ ਪੈਸਾ ਲੈ ਕਰਕੇ 10 ਨੌਵਾਂ ਦਾ ਉਹਦੇ ਵਿੱਚੋਂ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰਾਂ ਨੂੰ ਛਕਾਉਣਾ ਹੈ। ਹੁਣ ਇੱਧਰ ਉੱਧਰ ਕੰਮ ਕੀਤਾ ਤੇ ਕੁਝ ਕੁ ਸਮੱਗਰੀ ਫਿਰ ਖਰੀਦੀ ਹੈ। ਥੋੜੇ ਕੋ ਪੈਸਿਆਂ ਦੇ ਨਾਲ ਥੋੜਾ ਜਿਹਾ ਜਿਹੜਾ ਸਮਾਨ ਇਸ ਮਾਤਾ ਨੇ ਖਰੀਦਿਆ ਹੈ। ਆਪਣੇ ਵਸਤਰ ਪਕਾਰਨ ਕਰਕੇ ਜਲ ਮੰਜਨ ਤੇ ਹਵੈ ਮਲਹੀਨਾ। ਤੇ ਥੋੜਾ ਜਿਹਾ ਆਪਣੇ ਘਰ ਨੂੰ ਲਿੰਬਿਆ ਪੋਚਿਆ ਹੈ। ਫਿਰ ਆਪ ਸੋਹਣੇ ਵਸਤਰ ਜਿਹੜੇ ਸਾਫ਼ ਕਰਕੇ ਧੋ ਕਰਕੇ ਪਹਿਨੇ ਹਨ ਤੇ ਘਰ ਨੂੰ ਪਵਿੱਤਰ ਕੀਤਾ ਹੈ ਜੈਸਾ ਵੀ ਹੈ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ, हे ਪਾਤਸ਼ਾਹ ਜੀ ਤੁਹਾਡੇ ਚਰਨਾਂ ਦੀ ਸੇਵਾ ਕਮਾਉਣੀ ਹੈ। ਗਰੀਬ ਨਿਵਾਜ, ਅੱਤ ਦੀ ਗਰੀਬੀ ਪਰ ਸਤਿਗੁਰੂ ਜੀ ਇੱਛਾ ਇਹ ਹੈ ਕਿ ਮੈਂ ਆਪਣੇ ਹੱਥਾਂ ਦੇ ਨਾਲ ਤੁਹਾਡੇ ਵਾਸਤੇ ਥੋੜਾ ਜਿਹਾ ਪ੍ਰਬੰਧ ਕਰ ਸਕਾਂ, ਕੁਝ ਨਾ ਕੁਝ ਛਕਾ ਸਕਾਂ। हे ਸਤਿਗੁਰੂ ਜੀ ਰਹਿਮਤ ਕਰੋ ਜੀ। ਸਭ ਮਿਲ ਸੁਝਤੇ ਇਕੱਠੀ ਕਰਕੇ ਹਿਰਦੇ ਪ੍ਰੇਮ ਭਰਵਾ ਪ੍ਰਭੀ। ਕੁਝ ਦਿਨਾਂ ਬਾਅਦ ਮਾਤਾ ਨੇ ਇਕੱਠਾ ਕੀਤਾ ਹੈ, ਤਿਆਰ ਕੀਤਾ ਹੈ, ਘਰ ਸਾਫ਼ ਕੀਤਾ ਹੈ, ਸੋਹਣੇ ਸੁੰਦਰ ਸਾਫ਼ ਕਰਕੇ ਵਸਤਰ ਪਹਿਨੇ ਹਨ। ਬੜੀ ਸੁਚਮਤਾ ਦੇ ਨਾਲ ਗੁਰੂ ਕਾ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਪ੍ਰਬੰਧ ਕੀਤਾ ਹੈ। ਕਰੀ ਪਕਾਵਨ ਕ੍ਰਿਤ ਅਰਸਤਾ ਉਪਰੇ ਪਾਏ। ਔਰ ਬੜੀ ਸ਼ਰਧਾ ਦੇ ਨਾਲ 2 ਕੋ ਜਿਹੜੇ ਪ੍ਰਸ਼ਾਦੇ ਉਹ ਪਕਾਏ ਹਨ। 2 ਰੋਟਿਕਾ ਕਰੀ ਪਕਾਵਨ, 2 ਪ੍ਰਸ਼ਾਦੇ ਤਿਆਰ ਹੋਏ। ਕ੍ਰਿਤ ਅਰਸਤਾ ਉਪਰ ਬਣਾ ਪਾਏ ਤੇ ਕੁਝ ਘਿਓ ਤੇ ਗੁੜ ਉਹਨਾਂ ਪ੍ਰਸ਼ਾਦਿਆਂ ਦੇ ਉੱਤੇ ਪਾਇਆ, ਉੱਤੇ ਰੱਖਿਆ ਹੈ। ਇਤਨਾ ਕੋ ਪ੍ਰਸ਼ਾਦਾ ਇਹ ਬਿਰਧ ਮਾਤਾ ਅੱਤ ਦੀ ਗਰੀਬੀ ਹੈ ਪਰ ਜਿਤਨਾ ਵੀ ਸਰੀਰ ਹਿਲ ਜੁਲ ਜਿੰਨੀ ਕੋ ਹੈ ਥੋੜਾ ਜਿਹਾ ਕੰਮ ਕਰਕੇ ਥੋੜਾ ਜਿਹਾ ਸਮਾਨ ਲੈ ਕਰਕੇ ਆਈ ਹੈ ਔਰ ਘਰ ਦੇ ਵਿੱਚ ਇਸ ਤਰ੍ਹਾਂ ਪ੍ਰਸ਼ਾਦਾ ਤਿਆਰ ਕੀਤਾ ਹੈ। ਔਰ ਬੜੇ ਪਿਆਰ ਦੇ ਨਾਲ ਸਤਵੇਂ ਪਾਤਸ਼ਾਹ ਜੀ ਨੂੰ ਨਾਲ ਨਾਲ ਯਾਦ ਕਰ ਰਹੀ ਹੈ, ਧਿਆਨ ਰਹੀ ਹੈ, ਸਿਮਰਨ ਕਰ ਰਹੀ ਹੈ ਤੇ ਨਾਲੇ ਪ੍ਰਸ਼ਾਦਾ ਤਿਆਰ ਕੀਤਾ ਹੈ ਤੇ ਉਹਨੂੰ ਭਾਂਡੇ ਦੇ ਵਿੱਚ, ਬਰਤਨਾਂ ਦੇ ਵਿੱਚ ਪਾ ਲਿਆ ਹੈ। ਔਰ ਇੱਕ ਸਾਫ਼ ਰੁਮਾਲ ਦੇ ਵਿੱਚ, ਸੋਹਣੇ ਕੱਪੜੇ ਦੇ ਵਿੱਚ ਇਹ ਪ੍ਰਸ਼ਾਦੇ ਨੂੰ ਰੱਖਿਆ ਹੈ ਤੇ ਕਹਿਣ ਲੱਗੇ ਕਿ ਹੁਣ ਘਰ ਤੋਂ ਬਾਹਰ ਗਰੀਬ ਨਿਵਾਜ ਸਤਿਗੁਰੂ ਜੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਸ਼ਿਕਾਰ ਖੇਡਣ ਵਾਸਤੇ ਕਦੇ ਜੰਗਲਾਂ ਦਾ ਰੁੱਖ ਕਰਦੇ ਹਨ। ਸਤਿਗੁਰੂ ਜੀ ਇੱਧਰ ਉੱਧਰ ਜਾਂਦੇ ਹਨ ਤੇ ਕਦੇ ਕਈਆਂ ਨਗਰਾਂ ਵਾਲੇ ਪਾਸੇ ਪਾਤਸ਼ਾਹ ਜੀ ਦਾ ਜਾਣਾ ਹੁੰਦਾ ਹੈ ਔਰ ਇਹ ਮਾਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਯਾਦ ਕਰ ਰਹੀ ਹੈ। ਔਰ ਕਿਵੇਂ ਮੈਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚਾਂਗੀ। ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਵਿਚਾਰਦੀ ਹੈ ਔਰ ਇਹ ਵੀ ਇੱਛਾ ਹੈ ਕਿ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਤਾਂ ਸੰਗਤਾਂ ਕਈ ਤਰ੍ਹਾਂ ਦੇ ਪਕਵਾਨ, ਕਈ ਤਰ੍ਹਾਂ ਦੀਆਂ ਵਸਤੂਆਂ, ਬਸਤਰ
ਸੋਨਾ ਚਾਂਦੀ ਔਰ ਅਨੇਕਾਂ ਤਰ੍ਹਾਂ ਦੀਆਂ ਚੀਜ਼ਾਂ ਵੱਡੀਆਂ ਵੱਡੀਆਂ ਭੇਟਾਵਾਂ ਲੈ ਕਰਕੇ ਆਉਂਦੇ ਹਨ। ਮੇਰੀ ਉੱਥੇ ਕੀ ਗਿਣਤੀ ਮਿਣਤੀ ਹੋਏਗੀ। ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਹੈ, ਵੱਡੀ ਵੱਡੀ ਸ਼ਰਧਾ ਹੈ, ਸਨੇਹ ਹੈ ਸਤਿਗੁਰਾਂ ਦੇ ਚਰਨਾਂ ਦੇ ਨਾਲ। ਵਾਰ-ਵਾਰ ਮਨ ਦੇ ਵਿੱਚ ਇਹ ਵਿਚਾਰ ਕਰਦੀ ਹੈ, ਮੇਰੇ ਕਰਤੇ ਲੈ ਅਜਮੈ ਲੋਕ ਹਜ਼ਾਰਨ ਕੀਜੈ ਪੀਰ। ਕਿਵੇਂ ਸਹਿਬ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਜੀ ਮੇਰੇ ਕੋਲੋਂ ਇਹਨਾਂ ਚੀਜ਼ਾਂ ਨੂੰ ਲੈਣਗੇ ਜਾਂ ਮੇਰੇ ਕੋਲੋਂ ਲੈ ਕਰਕੇ ਛਕਣਗੇ ਕਿ ਜਦੋਂ ਕਿ ਉਹਨਾਂ ਦੇ ਚਰਨਾਂ ਦੇ ਵਿੱਚ ਤਾਂ ਕਈ ਤਰ੍ਹਾਂ ਦੇ ਸੋਹਣੇ ਸੋਹਣੇ ਪਕਵਾਨਾਂ ਦਾ ਅੰਤ ਹੀ ਕੋਈ ਨਹੀਂ ਹੈ। ਕਈ ਜਾਣੇ ਛਕਾਉਣ ਵਾਲੇ ਹਨ। ਸਹਿਬ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੀ ਸੇਵਾ ਕਰਨ ਵਾਲੀ ਸੰਗਤ ਹਜ਼ਾਰਾਂ ਦੀ ਭੀੜ ਹੈ। ਕਾਲ ਕੀ ਮੇਰੀ ਚਿਤਵਨ ਸੇਵਾ ਸਤਿਗੁਰ ਕੇ ਹੋਏ ਤੀਰ। ਔਰ ਚਿਰਾਂ ਤੋਂ, ਬੜੇ ਚਿਰਾਂ ਤੋਂ ਖਿਆਲ ਹੈ ਕਿ ਮੈਂ ਸਹਿਬ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੀ ਜਿਸ ਤਰ੍ਹਾਂ ਸੰਗਤ ਸੇਵਾ ਕਰਦੀ ਹੈ ਨਾ, ਮੈਂ ਵੀ ਕਰਨੀ ਹੈ। ਗਰੀਬ ਨਿਵਾਜ, ਹੇ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਜੀ, ਤੁਸੀਂ ਅੰਤਰਜਾਮੀ ਹੋ, ਮੇਰੀ ਗਰੀਬਣੀ ਦੀ ਇਹ ਇੱਛਾ ਭਾਵਨਾ ਪੂਰੀ ਕਰੋ ਜੀ। ਅੰਤਰਜਾਮੀ ਪੁਰੈ ਕਾਮਨਾ ਜਥਾ ਪੀਲਨ ਕੀ ਰਗਵੀਰ। ਔਰ ਕਹਿਣ ਲੱਗੇ ਕਿ ਹੇ ਸਤਿਗੁਰੂ ਜੀ, ਗਰੀਬ ਨਿਵਾਜ, ਮੈਂ ਸੁਣਿਆ ਹੈ ਧਰਮ ਕਿ ਵੱਖਰੇ ਵੱਖਰੇ ਸਮੇਂ ਦੇ ਅੰਦਰ ਕਿ ਜਦੋਂ ਸ਼ਰਧਾ ਵੱਡੀ ਹੋਵੇ, ਜਦੋਂ ਅੱਤ ਦੀ ਨਿਮਰਤਾ ਹੋਵੇ ਤੇ ਭਾਵਨਾ ਹੋਵੇ ਤੇ ਭਾਵਨਾ ਨੂੰ ਫਲ ਜ਼ਰੂਰ ਪੈਂਦਾ ਹੈ। ਮੈਂ ਸੁਣਿਆ ਹੈ ਕਿ ਸ਼੍ਰੀ ਰਾਮਚੰਦਰ ਜੀ ਨੇ ਭੀਲਣੀ ਦੇ ਜਿਹੜੇ ਬੇਰ ਉਹ ਖਾ ਲਏ ਸਨ। ਪ੍ਰੇਮ ਪਰਖਣਾ ਹੈ ਗੁਰ ਹਰਿ ਕੇ ਤੰਦੁਲ ਲਏ ਸੁਧਾਮੇ ਚੀਰ। ਔਰ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਮਿੱਤਰ ਕਹਿਣ ਲੱਗੇ ਸੁਦਾਮੇ ਦੇ ਪੱਲਿਓਂ ਜਿਹੜੇ ਚੌਲ ਉਹਦੀ ਘਰ ਦੀ ਨੇ ਬੰਨ੍ਹ ਕੇ ਭੇਜੇ ਸਨ। ਘਰ ਦੇ ਵਿੱਚ ਅੱਤ ਦੀ ਗਰੀਬੀ ਹੈ, ਜਾਓ ਜੇ ਕ੍ਰਿਸ਼ਨ ਜੀ ਨੂੰ ਮਿਲਣ ਚੱਲਿਓ ਤੇ ਇਹ ਥੋੜ੍ਹੀ ਜਿਹੀ ਭੇਟਾ ਲੈ ਜਾਓ। ਅੱਤ ਦੀ ਗਰੀਬੀ ਹੈ। ਹੁਣ ਕਹਿਣ ਲੱਗੇ ਕਿ ਸੁਦਾਮਾ ਉੱਥੇ ਗਿਆ ਤੇ ਮਨ ਦੇ ਵਿੱਚ ਸੋਚਦਾ ਹੈ ਕਿ ਕ੍ਰਿਸ਼ਨ ਜੀ ਦਾ ਇਤਨਾ ਵੱਡਾ ਦਰਬਾਰ ਹੈ, ਕਈ ਕੁਛ ਉਹਨਾਂ ਦੇ ਛਕਣ ਛਕਾਉਣ ਵਾਲੇ ਹਨ ਪਦਾਰਥ, ਤੇ ਮਨ ਦੇ ਵਿੱਚ ਉਹ ਵਿਚਾਰ, ਉਹ ਜਿਹੜੇ ਚੌਲ ਕੁਝ ਲੈ ਕਰਕੇ ਸੁਦਾਮਾ ਆਇਆ ਹੈ, ਕ੍ਰਿਸ਼ਨ ਜੀ ਨੂੰ ਦਿੱਤੇ ਹੀ ਨਾ, ਕੀ ਕਹਿਣਗੇ ਲੋਕ, ਇੱਥੇ ਮੇਰਾ ਮਜ਼ਾਕ ਉੱਡੇਗਾ। ਪਰ ਸ਼੍ਰੀ ਕ੍ਰਿਸ਼ਨ ਜੀ ਨੇ ਮੰਗ ਕੇ ਲਏ ਸਨ। ਕਹਿਣ ਲੱਗੇ ਸਾਰਾ ਕੁਝ ਛੱਡ ਕੇ, ਅਨੇਕਾਂ ਤਰ੍ਹਾਂ ਦੀਆਂ ਵਸਤੂਆਂ ਛੱਡ ਕੇ, ਤੇ ਸੁਦਾਮੇ ਨੂੰ ਆਖਿਆ ਸੀ, ਮੈਂ ਤੁਹਾਡੀ ਇਹ ਜਿਹੜੀ ਵਸਤੂ ਹੈ ਇਹਦੀ ਕਦੋਂ ਤੋਂ ਉਡੀਕ ਕਰ ਰਿਹਾ ਸੀ, ਭੁੱਖਾ ਬੈਠਾ ਹੋਇਆ ਹਾਂ, ਮੈਨੂੰ ਇਹ ਕੱਢ ਕੇ ਦਿਓ। ਤੇ ਉਹ ਕੁਝ ਪੱਲੇ ਦੇ ਵਿੱਚੋਂ ਖੋਲ੍ਹ ਕੇ ਸੁਦਾਮੇ ਨੇ ਚੌਲ ਖਵਾਏ ਸਨ ਕ੍ਰਿਸ਼ਨ ਜੀ ਨੂੰ। ਕ੍ਰਿਸ਼ਨ ਨੇ ਮੰਗ ਕੇ ਖਾ ਲਏ ਸਨ। ਕਹਿਣ ਲੱਗੇ ਐਸੀ ਭਾਵਨਾ ਜਿਨ੍ਹਾਂ ਦੇ ਅੰਦਰ ਰਹੀ ਹੈ ਤੇ ਵੱਖਰੇ ਵੱਖਰੇ ਸਮੇਂ ਦੇ ਵਿੱਚ ਉਹਨਾਂ ਦੀ ਭਾਵਨਾ ਗੁਰੂਆਂ ਨੇ, ਪੀਰਾਂ ਨੇ, ਅਵਤਾਰਾਂ ਨੇ ਪੂਰੀ ਕੀਤੀ ਹੈ। ਹੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ, ਮੇਰੇ ਅੰਦਰ ਵੀ ਇਹੋ ਜਿਹੀ ਹੀ ਭਾਵਨਾ ਹੈ। ਗਿਣਤੀ ਬਿਨਤੀ ਕੀ ਠਾਨਤ ਸਤਿਗੁਰ ਨੇ ਜਾਨੀ ਸਭ ਬਾਤ। ਔਰ ਇਸ ਤਰ੍ਹਾਂ ਪ੍ਰਸ਼ਾਦਾ ਤਿਆਰ ਕਰਕੇ, ਕਈ ਤਰ੍ਹਾਂ ਦੀਆਂ ਗਿਣਤੀਆਂ ਮਿੰਤੀਆਂ ਕਰਕੇ, ਮਨ ਦੇ ਵਿੱਚ ਅਥਾ ਸ਼ਰਧਾ ਭਾਵਨਾ ਲੈ ਕਰਕੇ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਨੇੜੇ ਰਹਿਣ ਵਾਲੀ ਇਹ ਮਾਤਾ ਲੰਘਦੀ ਦੇਖਦੀ ਹੈ। ਸਤਵੇਂ ਪਾਤਸ਼ਾਹ ਜੀ ਦਾ ਸਵਾਰਾ ਜਦੋਂ ਜਾਂਦਾ ਹੈ, ਨਾਲ 2200 ਘੋੜ ਸਵਾਰ ਲੰਘਦੇ ਹਨ ਜਦੋਂ ਪਾਤਸ਼ਾਹ ਜੀ ਵਿਚਰਦੇ ਹਨ, ਤੇ ਕਈ ਵਾਰ ਦੇਖ ਕੇ ਸਾਰਾ ਕੁਝ ਤੇ ਖਿਆਲ ਪੈਦਾ ਹੁੰਦਾ ਹੈ ਕਿ ਸਤਿਗੁਰੂ ਜੀ ਮੈਂ ਵੀ ਸੇਵਾ ਕਰਨੀ ਹੈ। ਬਾਕੀ ਤਾਂ ਗੁਰੂ ਕੇ ਸੇਵਕ ਬੜੇ ਪਿਆਰੇ ਸਨ, ਜਿਹੜੇ ਸਾਰੇ ਲਾਹੋ ਲਸ਼ਕਰ ਜਿਤਨੀ ਸਤਿਗੁਰਾਂ ਦੇ ਨਾਲ ਸੰਗਤ ਹੈ, ਸੇਵਾਦਾਰ ਹੈ, ਉਹ ਸਾਰਿਆਂ ਵਾਸਤੇ ਘਰ ਦੇ ਵਿੱਚ ਸੋਹਣੇ ਪਕਵਾਨ ਤਿਆਰ ਕਰ ਲੈਂਦੇ ਸਨ, ਕਿਉਂਕਿ ਘਰ ਦੇ ਵਿੱਚ ਰਿਜ਼ਕ ਹੈ। ਪਰ ਮੇਰੇ ਘਰ ਦੇ ਵਿੱਚ ਹੇ ਪਾਤਸ਼ਾਹ ਕੋਈ ਕਮਾਉਣ ਵਾਲਾ ਨਹੀਂ ਹੈ, ਕੋਈ ਇਸ ਤਰ੍ਹਾਂ ਦੀ ਜ਼ਮੀਨ ਜਾਇਦਾਦ ਨਹੀਂ ਹੈ, ਮੈਂ ਕਿਵੇਂ ਪ੍ਰਬੰਧ ਕਰਾਂ, ਮੇਰੇ ਅੰਦਰ ਇੱਛਾ ਭਾਵਨਾ ਬੜੀ ਹੈ। ਸਤਿਗੁਰੂ ਜੀ ਸਾਰੀ ਸੰਗਤ ਦਾ ਪ੍ਰਬੰਧ ਤਾਂ ਨਹੀਂ ਕਰ ਸਕਦੀ, ਪਰ ਪਾਤਸ਼ਾਹ ਜਿੰਨਾ ਕੋ ਤਿਆਰ ਕਰ ਸਕੀ ਆ ਨਾ, ਜਿੰਨਾ ਕੋ ਮੇਰੀ ਇਹ ਸ਼ਰਧਾ ਦੇ ਨਾਲ ਮੇਰੇ ਕੋਲ ਪ੍ਰਬੰਧ ਹੋ ਸਕਿਆ ਹੈ, ਮੇਰੀ ਗਰੀਬਣੀ ਦੀ ਇਹ ਜਿਹੜੀ ਅਰਦਾਸ ਹੈ ਪ੍ਰਵਾਨ ਕਰੋ, ਇਹ ਪ੍ਰਸ਼ਾਦਾ ਛਕੋ। ਇੱਕ ਦਿਨ ਪ੍ਰਸ਼ਾਦਾ ਜਿਸ ਦਿਨ ਤਿਆਰ ਕੀਤਾ ਹੈ, ਅਰਦਾਸ ਕਰਦੀ ਹੈ,
ਤੇ ਕਹਿਣ ਲੱਗੇ ਕਿ ਹੁਣ ਇਮ ਗਿਣਤੀ ਬਿਨਤੀ ਕੀ ਠਾਨਤ, ਸਤਿਗੁਰ ਨੇ ਜਾਨੀ ਸਭ ਬਾਤ। ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਇਹਦੀ ਬੇਨਤੀ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਜਾਣ ਗਏ ਹਨ। ਅਰੂੜ ਅਖੇਰ ਕਰਿਓ ਮਿਸ ਪੂਰਨ ਤੇ ਤਿਸ ਮਾਰਗ ਜਾਤ। ਤੇ ਗਰੀਬ ਨਿਵਾਜ ਸਤਿਗੁਰੂ ਜੀ ਆਪ ਘੋੜੇ ਤੇ ਸਵਾਰ ਹੋ ਕਰਕੇ ਤੇ ਜੰਗਲਾਂ ਵਾਲੇ ਪਾਸੇ ਨੂੰ ਜਾ ਰਹੇ ਹਨ। ਬੇਅੰਤ ਨਾਲ ਸੇਵਕ ਹਨ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਫੇਰਾ ਤੂਰਨ ਤੇ ਤਿਸ ਮਾਰਗ ਜਾਤ। ਜਿੱਧਰਲੇ ਪਾਸੇ ਉਸ ਬਿਰਧ ਮਾਤਾ ਦਾ ਘਰ ਹੈ, ਜਿੱਧਰਲੇ ਪਾਸੇ ਉਹਦਾ ਰਹਿਣ ਵਸੇਰਾ ਹੈ, ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਉਧਰ ਨੂੰ ਚੱਲ ਪਏ ਹਨ। ਚੜੇ ਸੰਗ ਅਸਵਾਰ ਸੈਂਕੜੇ ਆ ਜੁਧ ਕਹੇ ਆਏ ਪਛਾਤ। ਔਰ ਸੈਂਕੜੇ ਜਿਹੜੇ ਹੋਰ ਜਵਾਨ ਸਨ, ਯੋਧੇ ਸਤਿਗੁਰਾਂ ਦੇ ਸ਼ਸਤਰ ਧਾਰੀ, ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਨਾਲ ਚੱਲ ਰਹੇ ਹਨ। ਚੰਚਲ ਕਰਤ ਤੁਰੰਗ ਕੁਦਾਵਤ ਅਤ ਸ਼ੋਭਾ ਧਾਰਤ ਅਵੇਦਾਤ। ਔਰ ਗਰੀਬ ਨਿਵਾਜ ਸਤਿਗੁਰਾਂ ਦੇ ਅਗਲੇ ਪਾਸੇ ਕੁਝ ਸੈਨਿਕ ਯੋਧੇ ਘੋੜਿਆਂ ਨੂੰ ਕਦਵਾਉਂਦੇ ਹੋਏ, ਕਿਉਂਕਿ ਇਹ ਅਭਿਆਸ ਦਾ ਸਮਾਂ ਹੈ, ਕਾਲੀ ਦੇ ਨਾਲ ਕੋਈ ਹੌਲੀ ਦੇ ਨਾਲ ਇੱਧਰ ਉੱਧਰ ਵੱਡਾ ਜਿਹੜਾ ਲਸ਼ਕਰ ਹੈ ਪਾਤਸ਼ਾਹ ਜੀ ਦਾ ਜਾ ਰਿਹਾ ਹੈ। ਕੁਝ ਗੁਰੂ ਕੇ ਪਿਆਰੇ ਅੱਗੇ ਚੱਲ ਰਹੇ ਹਨ ਤੇ ਬੇਅੰਤ ਗੁਰੂ ਕੇ ਯੋਧੇ ਪਿੱਛੇ ਪਿੱਛੇ ਆ ਰਹੇ ਹਨ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਪਾਤਸ਼ਾਹ ਜੀ ਇੱਧਰ ਦੀ ਲੰਘੇ ਹਨ। ਪੰਥ ਕਰੀ ਹੋਏ ਇੱਕ ਥਲ ਮਨ ਤੇ ਚਰਨ ਬੰਦਨਾ ਕੀਨ। ਔਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਤਿਆਗ ਸੋ ਪੰਥ ਖਰੀ ਹੋਏ ਇੱਕ ਥਲ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਉਹ ਜਿਹੜਾ ਰਸਤਾ ਸੀਗਾ ਉਹਨੂੰ ਛੱਡਿਆ ਤੇ ਆਪਣੇ ਜਿਹੜੇ ਸਾਥੀ ਸਨ ਉਹਨਾਂ ਨੂੰ ਆਖਿਆ ਕਿ ਭਾਈ ਤੁਸੀਂ ਕੁਝ ਸਮਾਂ ਹੁਣ ਇੱਥੇ ਰੁਕੋ। ਤੇ ਗਰੀਬ ਨਿਵਾਜ ਮਨ ਤੇ ਚਰਨ ਬੰਦਨਾ ਕੀਨ, ਗਰੀਬ ਨਿਵਾਜ ਪਾਤਸ਼ਾਹ ਜੀ ਉਧਰ ਨੂੰ ਆਏ। ਇਸ ਮਾਤਾ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੰਦਨਾ ਕੀਤੀ ਹੈ। ਜਾਤ ਬਹਿਰ ਕੇ ਅਜਵੈ ਮੁਝ ਤੇ ਭਈ ਵਿਫਲ ਸੇਵਾ ਔਰ ਚੀਨ। ਔਰ ਜਿਹੜੀ ਮਾਤਾ ਵਿਚਾਰ ਕਰ ਰਹੀ ਸੀ ਕਿ ਅੱਜ ਕਈਆਂ ਦਿਨਾਂ ਦੀ ਮਿਹਨਤ ਤੋਂ ਬਾਅਦ ਮੈਂ ਇਹ ਪ੍ਰਸ਼ਾਦਾ ਤਿਆਰ ਕੀਤਾ ਸੀਗਾ ਤੇ ਮਨ ਦੇ ਵਿੱਚ ਇੱਛਾ ਸੀਗੀ ਕਿ ਕਿਵੇਂ ਪਹੁੰਚਾਂ, ਜੇ ਪਹੁੰਚ ਵੀ ਗਈ ਤੇ ਕੀ ਪਤਾ ਸਤਿਗੁਰੂ ਜੀ ਪ੍ਰਸ਼ਾਦਾ ਛਕਣਗੇ ਕਿ ਨਹੀਂ ਛਕਣਗੇ, ਕਿਉਂਕਿ ਸਤਿਗੁਰਾਂ ਵਾਸਤੇ ਤਾਂ ਕਈ ਤਰ੍ਹਾਂ ਦੇ ਪ੍ਰਬੰਧ ਹਨ। ਮੇਰੀ ਸੇਵਾ ਅਜਾਈ ਚਲੇ ਜਾਏਗੀ, ਅਸਫਲ ਹੋ ਜਾਏਗੀ। ਪਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਇਸ ਬਿਰਧ ਮਾਤਾ ਦੀ ਸੇਵਾ ਸਫਲ ਕਰਨ ਵਾਸਤੇ ਪਾਤਸ਼ਾਹ ਜੀ ਆਪ ਚੱਲ ਕੇ ਇੱਧਰ ਨੂੰ ਆ ਗਏ ਹਨ। ਬਲਿਹਾਰ ਸਰੂਪ ਬਿਲੋਕਤ ਸੰਮਤ ਬੀਸਕ ਬੈਸ ਨਵੀਨ। ਔਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ 20 ਕੋ ਸਾਲ ਦੀ ਉਸ ਵੇਲੇ ਆਰਬਲਾ ਹੈ, 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ। ਔਰ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ ਹਨ ਤੇ ਜਦੋਂ ਇਧਰਲੇ ਪਾਸੇ ਆਏ ਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਸਰੂਪ ਹੋਏ ਬਲਿਹਾਰ ਸਰੂਪ ਬਿਲੋਕਤ ਸੰਮਤ 20 ਬੈਸ ਨਵੀਨ। ਸੁੰਦਰ ਸੋਹਣੀਆਂ ਨਵੀਆਂ ਪੁਸ਼ਾਕਾਂ ਔਰ 20 ਕੋ ਸਾਲ ਦੀ ਆਰਬਲਾ, ਪਾਤਸ਼ਾਹ ਜੀ ਘੋੜੇ ਤੇ ਸਵਾਰ, ਬੜਾ ਤੇਜ ਪ੍ਰਤਾਪ ਹੈ। ਸਤਿਗੁਰਾਂ ਦੇ ਸਰੂਪ ਨੂੰ ਦੇਖ ਕਰਕੇ ਮਾਤਾ ਗਦ ਗਦ ਨਿਹਾਲ ਹੋ ਗਏ ਔਰ ਸਤਿਗੁਰਾਂ ਤੋਂ ਬਲਿਹਾਰ ਸਦਕੇ ਜਾ ਰਹੇ ਹਨ। ਸਿੱਖਣੀ ਸ਼ਰਧਾ ਅਦਕਤ ਖਰੀ ਭਾਉ ਤੇ ਭੋਜਨ ਲੀਨ। ਔਰ ਬਿਰਧ ਮਾਤਾ ਹੈ ਤੇ ਅੰਦਰ ਬਹੁਤ ਵੱਡੀ ਸਿੱਖੀ ਹੈ, ਭਾਵਨਾ ਸ਼ਰਧਾ ਬੜੀ ਵੱਡੀ ਹੈ ਤੇ ਬੜੇ ਪਿਆਰ ਦੇ ਨਾਲ ਖੜੀ ਹੈ। ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਵਾਸਤੇ ਭੋਜਨ ਲੈ ਕਰਕੇ ਪਾਤਸ਼ਾਹ ਜੀ ਆਪ ਚੱਲ ਕੇ ਕੋਲ ਆਏ ਹਨ। ਸਵਾਰ ਪਜਾਵਤ ਆਵਤ ਮੰਗ ਕੀ ਧੂਰ ਉਠੀ ਤਿਸ ਬਾਰ। ਔਰ ਪਿੱਛੇ ਪਿੱਛੇ ਹੋਰ ਵੀ ਅਨੇਕਾਂ ਸਵਾਰ ਆ ਰਹੇ ਸਨ ਤੇ ਜਿਨ੍ਹਾਂ ਘੋੜਿਆਂ ਦੀ ਪੌੜਾਂ ਦੇ ਨਾਲ ਜਿਹੜੀ ਧੂੜ ਹੈ ਆਕਾਸ਼ ਵੱਲ ਉੱਡ ਕੇ ਜਾ ਰਹੀ ਸੀ। ਸਤਿਗੁਰਾਂ ਦਾ ਸਵਾਰਾ ਆਇਆ, ਗਰੀਬ ਨਿਵਾਜ ਪਾਤਸ਼ਾਹ ਜੀ ਆਏ ਹਨ। ਸਤਿਗੁਰ ਨੇ ਸਕਲ ਟਿਕਾਏ ਰਹੋ ਫਟਕ ਨਹਿ ਆਓ ਅਗਾਰ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਹੁਕਮ ਕੀਤਾ, ਸਾਰੇ ਸਵਾਰ ਉੱਥੇ ਹੀ ਰੁਕ ਗਏ ਹਨ ਕਿ ਭਾਈ ਹੁਣ ਕੁਝ ਸਮਾਂ ਇੱਥੇ ਟਿਕੋ
ਤੇ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਇਸ ਬਿਰਧ ਮਾਤਾ ਵਾਲੇ ਪਾਸੇ ਆਏ ਹਨ। ਫੇਰ ਤੁਰੰਗ ਨਿਕਟ ਤਿਸ ਗਮਨੇ ਅੰਤਰ ਜਾਮੀ ਕਰਿਓ ਉਚਾਰ। ਔਰ ਸਤਿਗੁਰੂ ਜੀ ਕਾਲੀ ਦੇ ਨਾਲ ਕੋਲ ਆਣ ਕੇ ਤੇ ਪਾਤਸ਼ਾਹ ਜੀ ਨੇ ਗਰੀਬ ਨਿਵਾਜ ਫੇਰ ਤੁਰੰਗ ਘੋੜੇ ਨੂੰ ਘਮਾਇਆ ਹੈ ਕਾਲੀ ਦੇ ਨਾਲ। ਨਿਕਟ ਤਿਸ ਗਮਣੇ ਉਸ ਮਾਤਾ ਦੇ ਬਿਲਕੁਲ ਕੋਲ ਆ ਗਏ। ਅੰਤਰਜਾਮੀ ਕਰਿਓ ਉਚਾਰ, ਅੰਤਰਜਾਮੀ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਉਚਾਰਿਆ ਹੈ। ਖੁਸ਼ਦਾ ਭਈ ਦੇਹੋ ਮਾਈ ਤਿਆਰ ਬਹਾਰ ਜੋ ਤੈ ਕਰ ਧਾਰ। ਕਹਿਣ ਲੱਗੇ ਹੇ ਮਾਤਾ ਅੱਜ ਅਸੀਂ ਪ੍ਰਸ਼ਾਦਾ ਛਕ ਕੇ ਨਹੀਂ ਆਏ। ਕਹਿਣ ਲੱਗੇ ਹਮਕੋ ਸ਼ੁਦਾ ਭਈ ਬਹੁਤ ਜ਼ਿਆਦੀ ਅੱਜ ਸਾਨੂੰ ਭੁੱਖ ਲੱਗੀ ਹੋਈ ਹੈ। ਦੇਹੋ ਮਾਈ ਤਿਆਰ ਆਹਾਰ ਜੋ ਤੈਂ ਕਰ ਧਾਰ, ਜਿਹੜੇ ਤੁਸੀਂ ਤਿਆਰ ਕਰਕੇ ਇਹ ਪ੍ਰਸ਼ਾਦਾ ਲਿਆ ਹੋਇਆ ਹੈ ਕਾਲੀ ਦੇ ਨਾਲ ਸਾਨੂੰ ਦਿਓ, ਅੱਜ ਬੜੀ ਜ਼ਿਆਦਾ ਭੁੱਖ ਲੱਗੀ ਹੋਈ ਹੈ। ਫੇਰ ਕੋ ਬਾਹਰ ਗਮਨੈ ਤਹਾਂ ਸ਼ੁਧ ਤੋ ਕੋਇ ਲਗੈ ਬਿਲੰਬ। ਔਰ ਅਸੀਂ ਜੰਗਲਾਂ ਨੂੰ ਜਾ ਰਹੇ ਹਾਂ, ਲੰਮਾ ਸਮਾਂ ਉੱਥੇ ਲੱਗੇਗਾ, ਬਹੁਤ ਸਮਾਂ ਹੋ ਜਾਏਗਾ, ਭੁੱਖ ਹੋਰ ਜ਼ਿਆਦਾ ਵੱਧ ਜਾਏਗੀ। ਇਸ ਕਰਕੇ ਜੈਸਾ ਵੀ ਜੋ ਵੀ ਕੁਛ ਹੈ ਸਾਨੂੰ ਇੱਥੇ ਹੀ ਦੇ ਦਵੋ ਜੀ। ਸੁਨ ਕੈ ਹਰਖੀ ਸੁਦਾ ਸੁਬਰਖੀ ਪਰਖੀ ਪ੍ਰੀਤ ਮੈਂ ਨਹੀਂ ਲੈ ਅੰਬ। ਔਰ ਉਸ ਵੇਲੇ ਫਿਰ ਉਹ ਬਿਰਧ ਮਾਤਾ ਦੇਖ ਕਰਕੇ ਤੇ ਇੱਕ ਤਾਂ ਪ੍ਰਸੰਨਤਾ ਦੀ ਕੋਈ ਹੱਦ ਨਹੀਂ ਹੈ ਤੇ ਇੱਕ ਬੜੀ ਹੈਰਾਨ ਹੈ। ਸੁਣ ਕੇ ਹਰਖੀ ਸੁਦਾ ਸੁਬਰਖੀ ਤੇ ਕਹਿਣ ਲੱਗੇ ਪਰਖੀ ਪ੍ਰੀਤ ਨਹੀਂ ਲੈ ਅੰਬ। ਤੇ ਸਤਿਗੁਰਾਂ ਨੇ ਪ੍ਰੀਤ ਦੇਖੀ ਹੈ, ਭਾਵੇਂ ਉਸ ਵੇਲੇ ਕੋਲ ਕੋਈ ਐਸਾ ਪ੍ਰਬੰਧ ਨਹੀਂ ਜਲ ਪਾਨ ਹੱਥ ਸਾਫ਼ ਕਰਨ ਦਾ, ਭਾਵੇਂ ਗਰੀਬ ਨਿਵਾਜ ਪਾਤਸ਼ਾਹ ਜੀ ਬੈਠ ਕੇ ਹੱਥ ਸਾਫ਼ ਕਰਕੇ ਚੌਂਕੜਾ ਲਗਾ ਕਰਕੇ ਪ੍ਰਸ਼ਾਦਾ ਛਕਦੇ ਸਨ। ਪਰ ਅੱਜ ਦੇਖੋ ਗਰੀਬ ਨਿਵਾਜ ਪਾਤਸ਼ਾਹ ਜੀ ਕੋਲ ਆਏ ਤੇ ਮੰਗ ਕੇ ਉਸ ਮਾਤਾ ਤੋਂ ਪ੍ਰਸ਼ਾਦੇ ਲਏ ਹਨ। ਕਾਰਨ ਬਿਨ ਦੀਏ ਭੋਜਨ ਅਜਵਤ ਸਤਿਗੁਰ ਸਿੱਖ ਅਲੰਬ। ਔਰ ਸਾਰੇ ਸਿੱਖ ਦੇਖ ਕੇ ਹੈਰਾਨ ਰਹਿ ਗਏ। ਗਰੀਬ ਨਿਵਾਜ ਪਾਤਸ਼ਾਹ ਜੀ ਘੋੜੇ ਤੇ ਸਵਾਰ ਸਨ ਤੇ ਸਤਿਗੁਰਾਂ ਨੇ ਮਾਤਾ ਦੇ ਕੋਲ ਜਾ ਕਰਕੇ ਪ੍ਰਸ਼ਾਦਾ ਲੈ ਕਰਕੇ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਉੱਥੇ ਹੀ ਛਕਿਆ ਹੈ। ਗਰੀਬ ਨਿਵਾਜ ਸਤਿਗੁਰੂ ਜੀ ਮਾਤਾ ਦੇ ਕੋਲ ਪਹੁੰਚੇ ਹਨ। ਬੜੋ ਸਵਾਦ ਇਸ ਮੈਂ ਕਹਿ ਖਾਵਤ ਕਰੈ ਬਿਲੋਕਨ ਸੈਨ ਕਾ ਬਰਤ ਦੰਬ। ਕਹਿਣ ਲੱਗੇ ਹੇ ਮਾਤਾ ਬੇਅੰਤ ਤਰ੍ਹਾਂ ਦੇ ਪ੍ਰਸ਼ਾਦੇ ਅਸੀਂ ਛਕਦੇ ਹਾਂ, ਪਰ ਹੇ ਮਾਤਾ ਜੈਸਾ ਪ੍ਰਸ਼ਾਦਾ ਤੁਸੀਂ ਛਕਾਇਆ ਹੈ ਇਹੋ ਜਿਹੇ ਪ੍ਰਸ਼ਾਦਾ ਹੋਰ ਕਦੀ ਕਿਸੇ ਪ੍ਰਸ਼ਾਦੇ ਦੇ ਵਿੱਚ ਇਤਨਾ ਸਵਾਦ ਨਹੀਂ ਹੈ। ਵੱਡੋ ਸਵਾਦ ਇਸ ਮਹਿ ਕਹਿ ਖਾਵਤ। ਇਸ ਤਰ੍ਹਾਂ ਕਹਿੰਦੇ ਕਹਿੰਦੇ ਸਤਿਗੁਰੂ ਜੀ ਪ੍ਰਸ਼ਾਦਾ ਛਕ ਰਹੇ ਸਨ। ਬਿਲੋਕਤ ਸੈਨ ਕਦਮ, ਕਹਿਣ ਲੱਗੇ ਜਿਹੜੇ ਸੈਨਾ ਹੈ, ਜਿਹੜੇ ਸਤਿਗੁਰਾਂ ਦੇ ਬਾਕੀ ਸਾਥੀ ਜਿਹੜੇ ਯੋਧੇ ਸਨ ਸੇਵਕ ਸਾਰੇ ਦੇਖ ਕੇ ਹੈਰਾਨ ਰਹਿ ਗਏ ਹਨ। ਬਿਰਦਾ ਅਜਮਤ ਗੁਰ ਕੋ ਪਿਕ ਕਰ ਬਿਨਤੀ ਕਰਤ ਅਨੇਕ ਪ੍ਰਕਾਰ। ਔਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਸਾਹਮਣੇ ਤੱਕਿਆ ਹੈ। ਅੰਤਰਜਾਮੀ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਚੱਲ ਕੇ ਆਏ ਹਨ ਤੇ ਉਹ ਜਿਹੜੀ ਬਿਰਧ ਮਾਤਾ ਹੈ ਵਾਰ-ਵਾਰ ਬੇਨਤੀਆਂ ਕਰਦੀ ਸੀ, ਹੇ ਪਾਤਸ਼ਾਹ ਮੇਰੇ ਕੋਲ ਅੱਤ ਦੀ ਗਰੀਬੀ ਹੈ, ਬਹੁਤਾ ਵੱਡਾ ਪ੍ਰਬੰਧ ਤਾਂ ਨਹੀਂ, ਪਰ ਆ 2 ਕੁ ਪ੍ਰਸ਼ਾਦੇ ਮੈਂ ਤਿਆਰ ਕੀਤੇ ਹਨ, ਜੇ ਕਿਤੇ ਤੁਹਾਡੇ ਤੱਕ ਪਹੁੰਚ ਜਾਣ, ਜੇ ਕਿਤੇ ਤੁਸੀਂ ਛਕ ਲਓ ਤੇ ਮੇਰਾ ਜੀਵਨ ਸਫਲ ਹੋ ਜਾਏਗਾ। ਮਾਤਾ ਨੇ ਹੱਥੀਂ ਕਿਰਤ ਕੀਤੀ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬੇਨਤੀ ਸਵੀਕਾਰ ਕੀਤੀ ਹੈ। ਪਾਤਸ਼ਾਹ ਜੀ ਆਪ ਚੱਲ ਕੇ ਆਏ ਹਨ। ਮੈਂ ਅਨਾਥ ਦਾਸੀ ਪ੍ਰਭ ਤੇਰੀ ਮਮ ਸ਼ਰਧਾ ਰਾਖੀ ਇਸ ਵਾਰ। ਹੇ ਗਰੀਬ ਨਿਵਾਜ ਪਾਤਸ਼ਾਹ ਜੀ ਮੈਂ ਅਨਾਥ ਹਾਂ, ਮੇਰਾ ਕੋਈ ਸਹਾਰਾ ਨਹੀਂ ਹੈ, ਘਰ ਦੇ ਵਿੱਚ ਕੋਈ ਬਹੁਤਾ ਤਗੜਾ ਪ੍ਰਬੰਧ ਨਹੀਂ ਹੈ। ਕਹਿਣ ਲੱਗੀ ਪਾਤਸ਼ਾਹ ਮੈਂ ਅਨਾਥ ਦਾਸੀ ਪ੍ਰਭ ਤੇਰੀ, ਹੇ ਸਤਵੇਂ ਗਰੀਬ ਨਿਵਾਜ ਮੈਂ ਤੁਹਾਡੇ ਚਰਨਾਂ ਦੀ ਦਾਸੀ ਹਾਂ। ਤੇ ਕਹਿਣ ਲੱਗੇ ਕਿ ਮਮ ਸ਼ਰਧਾ ਰਾਖੀ ਇਸ ਵਾਰ, ਮੈਂ ਇਸ ਵਾਰੀ ਤੁਹਾਡੇ ਚਰਨਾਂ ਦੀ ਬਹੁਤ ਵੱਡੀ ਹੇ ਪਾਤਸ਼ਾਹ ਸ਼ਰਧਾ ਭਰੋਸਾ ਰੱਖਿਆ ਸੀਗਾ। ਕਰਨਾ ਗਾਈ ਕਰੀ ਖੀਚਰੀ ਜਿਮ ਅੱਜ ਵੀ ਤੁਮ ਰੂਪ ਮੁਰਾਰ। ਕਹਿਣ ਲੱਗੀ ਕਰਮਾ ਬਾਈ ਜਿਸ ਤਰ੍ਹਾਂ ਬੜੇ ਪਿਆਰ ਦੇ ਨਾਲ ਖਿਚੜੀ ਤਿਆਰ ਕਰਕੇ ਸ਼੍ਰੀ ਕ੍ਰਿਸ਼ਨ ਜੀ ਨੂੰ ਛਕਾਉਂਦੀ ਸੀਗੀ,
ਤੇ ਪ੍ਰਸੰਨਤਾ ਲੈਂਦੀ ਸੀ, ਬੜੀ ਸ਼ਰਧਾ ਸੀ, ਭਾਵਨਾ ਸੀਗੀ। ਉਸੇ ਤਰ੍ਹਾਂ ਦੀ ਸ਼ਰਧਾ ਹੇ ਪਾਤਸ਼ਾਹ ਮੈਂ ਨਿਮਾਣੀ ਨੇ ਤੁਹਾਡੇ ਚਰਨਾਂ ਤੇ ਰੱਖੀ ਹੈ। ਕਰਹੀ ਮੈਂ ਜਤਨ ਦੋਏ ਦਿਨ ਤੁਮ ਨਿਤ ਆਨਿਓ ਤਿਆਰ ਆਹਾਰ। ਤੇ ਸਤਿਗੁਰੂ ਜੀ ਕੁਝ ਦਿਨਾਂ ਦੇ ਯਤਨ ਕਰਨ ਤੋਂ ਬਾਅਦ ਕੁਝ ਕੁ ਪੈਸਾ ਕਮਾਇਆ ਤੇ ਥੋੜਾ ਜਿਹਾ ਇਸ ਤਰ੍ਹਾਂ ਪ੍ਰਬੰਧ ਮੇਰੇ ਕੋਲ ਹੋ ਸਕਿਆ ਹੈ। ਤੇ ਸਤਿਗੁਰੂ ਜੀ ਇਤਨੀ ਕੋ ਜਿਹੜੀ ਮੇਰੀ ਇਹ ਸੇਵਾ ਹੈ, हे ਪਾਤਸ਼ਾਹ ਗੁਰੂ ਹਰਿ ਸਾਹਿਬ ਜੀ ਪ੍ਰਵਾਨ ਕਰੋ ਜੀ। ਪੂਰਨ ਪ੍ਰੇਮ ਕਰਿਓ ਕਰ ਕਰੁਣਾ ਦੀਨ ਪੰਦ ਜਾਤੇ ਤੁਮ ਨਾਏ। ਔਰ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਵੀ ਜੇ ਮਾਤਾ ਜੀ ਦੇ ਅੰਦਰ ਵੱਡੀ ਸ਼ਰਧਾ ਹੈ, ਭਾਵਨਾ ਹੈ, ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਵੀ ਭਾਵਨਾ ਨੂੰ ਭਾਗ ਲਾਏ ਹਨ। ਆਪਾਂ ਭਾਈ ਗੁਰਦਾਸ ਜੀ ਦਾ ਇੱਕ ਵਚਨ ਕਈ ਵਾਰੀ ਪੜ੍ਹਿਆ ਹੈ ਕਿ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਭਾਵਨਾ ਦੇ ਨਾਲ ਕੋਈ ਕੌਡੀ ਵੀ ਗੁਰੂ ਕੇ ਚਰਨਾਂ ਦੇ ਵਿੱਚ ਕਿਰਤ ਦੇ ਵਿੱਚੋਂ ਕੋਈ ਥੋੜੀ ਜਿਹੀ ਵਸਤੂ ਵੀ ਗੁਰੂ ਕੇ ਚਰਨਾਂ ਦੇ ਵਿੱਚ ਰੱਖੇ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਪ੍ਰਸੰਨ ਹੋ ਜਾਂਦੇ ਹਨ, ਖੁਸ਼ ਹੋ ਜਾਂਦੇ ਹਨ। ਪਰ ਹੋਵੇ ਕਿਰਤ ਦੀ, ਉਹਦੇ ਵਿੱਚ ਸ਼ਰਧਾ ਹੋਵੇ, ਭਾਵਨਾ ਹੋਵੇ, ਪਰਾਇਆ ਹੱਕ ਨਾ ਮਾਰਿਆ ਹੋਵੇ, ਛਲ ਫਰੇਬ ਨਾ ਹੋਵੇ, ਮਿਹਨਤ ਦੀ ਹੋਵੇ, ਕਿਰਤ ਦੀ ਹੋਵੇ, ਤੇ ਸਤਿਗੁਰੂ ਜੀ ਖੁਸ਼ ਹੋ ਜਾਂਦੇ ਹਨ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਪੂਰਨ ਪ੍ਰੇਮ ਕਰਿਓ ਕਰ ਕਰਨਾ ਦੀਨ ਬੰਦ ਜਾਤੇ ਤੁਮ ਨਾਏ। ਬੜੇ ਪਿਆਰ ਦੇ ਨਾਲ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਅੱਤ ਦੇ ਖੁਸ਼ ਹੋ ਕਰਕੇ ਬੇਅੰਤ ਬਖਸ਼ਿਸ਼ਾਂ ਉਸ ਬਿਰਧ ਮਾਤਾ ਦੇ ਉੱਪਰ ਕੀਤੀਆਂ ਹਨ। ਮੈਂ ਅਭਿਮਾਨੀ ਕੇ ਤੁਮ ਗਮਨੋ ਗਏ ਬਿਦਨ ਕਰ ਭੋਜਨ ਖਾਏ। ਔਰ ਗਰੀਬ ਨਿਵਾਜ ਸਤਿਗੁਰੂ ਜੀ ਪਾਤਸ਼ਾਹ ਜੀ ਸਮੇਂ-ਸਮੇਂ ਦੇ ਨਾਲ ਜਿਤਨੇ ਵੀ ਪੀਰ ਪੈਗੰਬਰ ਅਵਤਾਰ ਹੋਏ ਹਨ, ਸਤਿਗੁਰੂ ਜੀ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਅਭਿਮਾਨ ਨਹੀਂ ਰਿਹਾ ਤੇ ਸੇਵਕਾਂ ਦੀ ਭਾਵਨਾ ਉਹਨਾਂ ਨੇ ਪੂਰੀ ਕੀਤੀ ਹੈ। ਨਹਿ ਅਭਿਮਾਨੀ ਕੇ ਤੁਮ ਗਮਨੋ ਗਏ ਬਿਦਰ ਕੇ ਘਰ ਭੋਜਨ ਖਾਏ। ਤੁਸੀਂ ਅਭਿਮਾਨੀ ਔਰ ਹੰਕਾਰੇ ਹੋਏ ਪੁਰਸ਼ਾਂ ਨੂੰ ਛੱਡ ਕੇ ਤੇ ਗਰੀਬ ਬਿਦਰ ਦੇ ਘਰ ਦੇ ਵਿੱਚ ਜਾ ਕਰਕੇ ਭੋਜਨ ਕਰਦੇ ਰਹੇ ਹੋ ਸ਼੍ਰੀ ਕ੍ਰਿਸ਼ਨ ਦੇ ਰੂਪ ਦੇ ਵਿੱਚ। ਕਹਿਣ ਲੱਗੀ ਕਿ ਇਸੇ ਤਰ੍ਹਾਂ ਦੀ ਅੱਜ ਮੇਰੀ ਸ਼ਰਧਾ, ਮੈਂ ਸੁਣਿਆ ਸੀਗਾ ਗ੍ਰੰਥਾਂ ਦੇ ਵਿੱਚੋਂ ਕਿ ਗਰੀਬਾਂ ਦੀ ਭਾਵਨਾ ਨੂੰ ਗੁਰੂ ਫਲ ਲਾਉਂਦਾ ਹੈ। ਅੱਜ ਮੈਂ ਅੱਖੀਂ ਦੇਖ ਕੇ ਇਹ ਪਾਤਸ਼ਾਹ ਨਿਹਾਲ ਹੋ ਗਈ ਹਾਂ। ਨਿਜ ਦਾਸਨ ਕੀ ਪਰੋ ਭਾਵਨਾ ਯਾਤੇ ਵਸਤ ਵਤਸਲ ਭਗਤ ਕਹਾਏ। ਔਰ ਆਪਣੇ ਦਾਸਾਂ ਦੀ ਹਮੇਸ਼ਾ ਭਾਵਨਾ ਪੂਰੀ ਕਰਦੇ ਰਹੇ ਹੋ ਔਰ ਭਾਵਨਾ ਵਾਲਿਆਂ ਨੂੰ ਹਰ ਸਮੇਂ ਹਰ ਯੁੱਗ ਦੇ ਵਿੱਚ ਫਲ ਲੱਗਦੇ ਰਹੇ ਹਨ। ਦੀਨ ਦਿਆਲ ਕੀ ਬਾਣ ਤੁਮਾਰੀ ਹੈ ਨਿਸ਼ਚੈ ਮੇਰੋ ਇਸ ਭਾਏ। ਤੇ ਸਤਿਗੁਰੂ ਜੀ ਮੈਂ ਸੁਣਿਆ ਸੀਗਾ ਕਿ ਤੁਸੀਂ ਦੀਨ ਦਿਆਲ ਹੋ, ਕਹਿਣ ਤੋਂ ਭਾਵ ਕਿ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਦੀਨ ਦਿਆਲ ਕੀ ਤਾਨ ਤੁਮਾਰੀ ਹੈ ਨਿਸ਼ਚੈ ਮੇਰੋ ਇਸ ਭਾਏ। ਮੈਨੂੰ ਇਸ ਤਰ੍ਹਾਂ ਦਾ ਵਿਸ਼ਵਾਸ ਸੀਗਾ, ਪਰ ਅੱਜ ਤੁਸੀਂ ਮੇਰੇ ਵਿਸ਼ਵਾਸ ਨੂੰ ਭਾਗ ਲਾਏ ਹਨ। ਪਾਤਸ਼ਾਹ ਜੀ ਆਪ ਦੀਦਾਰ ਬਖਸ਼ੇ ਹਨ। ਕ੍ਰਿਤ ਸਤਾਜਤ ਦੋਣ ਰੋਟਿਕਾ ਮਹਾਸ਼ੁੱਧ ਤੁਜਮ ਕੀਨ ਸਖਾਨ। ਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਖੁਸ਼ ਹੋ ਕਰਕੇ ਮਾਤਾ ਦੇ ਹਿਰਦੇ ਦੇ ਵਿੱਚ ਅੱਤ ਦੀ ਪ੍ਰਸੰਨਤਾ ਹੈ ਤੇ ਸਤਿਗੁਰਾਂ ਨੇ ਘੋੜੇ ਤੇ ਸਵਾਰ ਉਸੇ ਹੀ ਤਰ੍ਹਾਂ ਮਾਤਾ ਦੇ ਕੋਲੋਂ ਪ੍ਰਸ਼ਾਦਾ ਮੰਗਿਆ ਹੈ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ 2 ਪ੍ਰਸ਼ਾਦੇ ਔਰ ਉੱਪਰ ਥੋੜਾ ਜਿਹਾ ਘਿਓ ਤੇ ਗੁੜ ਇਸ ਤਰ੍ਹਾਂ ਰੱਖਿਆ ਹੋਇਆ ਹੈ। ਜਿਹੜਾ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨਾਲ ਬਚਨ ਵਿਲਾਸ ਕਰ ਰਹੇ ਹਨ, ਬੜੇ ਪ੍ਰਸੰਨ ਹਨ ਤੇ ਨਾਲ ਪ੍ਰਸ਼ਾਦਾ ਛਕ ਰਹੇ ਹਨ। ਹੋਏ ਨਿਮਾ ਦੇ ਕਰ ਵਰਕੋ ਸਤਿਗੁਰ ਆਗੇ ਕੀਨ ਪਿਆਨ। ਔਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮਾਤਾ ਨੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਭਾਵਨਾ ਪੂਰੀ ਕੀਤੀ ਹੈ, ਮੇਰਾ ਜੀਵਨ ਹੁਣ ਸਫਲ ਹੋ ਗਿਆ ਹੈ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਵੀ ਖੁਸ਼ ਹੋ ਕਰਕੇ ਪ੍ਰਸੰਨ ਹੋ ਕੇ ਮਾਤਾ ਦੇ ਉੱਪਰ ਬੇਅੰਤ ਤਰ੍ਹਾਂ ਦੀਆਂ ਬਖਸ਼ਾਂ ਕੀਤੀਆਂ। ਤ੍ਰਿਪਤ ਹੋਏ ਇਸ ਦੇ ਕਰ ਵਰ ਕੋ। ਸਤਿਗੁਰੂ ਜੀ ਤ੍ਰਿਪਤ ਹੋ ਗਏ ਤੇ ਬੇਅੰਤ ਤਰ੍ਹਾਂ ਦੇ ਵਰ ਬਖਸ਼ਿਸ਼ ਕੀਤੇ। ਸਤਿਗੁਰ ਆਗੇ ਕੀਨ ਪਿਆਨ ਔਰ ਗਰੀਬ ਨਿਵਾਜ ਪਾਤਸ਼ਾਹ ਜੀ ਫਿਰ ਅੱਗੇ ਚੱਲ ਪਏ ਹਨ। ਸੇਵਕ ਸਭ ਸੂਰ ਸੰਗ ਕੇ ਦੇਖ ਦੇਖ
ਔਰ ਜਿਹੜੇ ਗੁਰੂ ਕੇ ਬਾਕੀ ਪਿਆਰੇ ਸਿੱਖ ਸਨ ਪਿੱਛੇ ਖੜੇ ਹੋਏ, ਉਹ ਸਾਰੇ ਦੇਖ ਕੇ ਹੈਰਾਨ ਰਹਿ ਗਏ। ਗਰੀਬ ਨਿਵਾਜ ਸਤਿਗੁਰਾਂ ਦੇ ਸੂਰਮੇ ਕਿ ਸਤਿਗੁਰਾਂ ਨੂੰ ਕਦੇ ਇਸ ਰੂਪ ਦੇ ਵਿੱਚ ਨਹੀਂ ਦੇਖਿਆ। ਹਮੇਸ਼ਾ ਥੱਲੇ ਬੈਠ ਕਰਕੇ, ਚੌਂਕੜਾ ਮਾਰ ਕਰਕੇ, ਹੱਥ ਸਾਫ਼ ਕਰਕੇ, ਤੇ ਗਰੀਬ ਨਿਵਾਜ ਪਾਤਸ਼ਾਹ ਜੀ ਇਸ ਤਰ੍ਹਾਂ ਪ੍ਰਸ਼ਾਦਾ ਛਕਦੇ ਰਹੇ ਹਨ। ਪਰ ਸਾਰੇ ਸੇਵਕ ਅੱਜ ਇਸ ਰੂਪ ਦੇ ਵਿੱਚ ਸਤਿਗੁਰਾਂ ਦੇ ਦੀਦਾਰ ਕਰਕੇ ਬੜੇ ਅਚੰਭਤ ਹੋਏ ਹਨ। ਸ਼ਕਤਮਾਨ ਮਨ ਹਵੈ ਕਰ ਸਗਰੇ, ਮਿਲ ਕਰ ਜੋਰ ਕਰੀ ਅਰਦਾਸ। ਔਰ ਜਦੋਂ ਇਹ ਸਾਰਾ ਕੌਤਕ ਦੇਖਿਆ ਹੈ ਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਸੇਵਕ ਹਨ ਉਹਨਾਂ ਦੇ ਸ਼ੰਕੇ ਪੈਦਾ ਹੋ ਗਏ, ਅਨੇਕਾਂ ਸਵਾਲ ਪੈਦਾ ਹੋ ਗਏ, ਤੇ ਸਾਰਿਆਂ ਨੇ ਮਿਲ ਕੇ ਗਰੀਬ ਨਿਵਾਜ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ। ਸਤਿਗੁਰ ਇਸ ਬਿਰਦਾ ਟਿਕਤੇ, ਲੈ ਆਹਾਰ ਕੀਨੇ ਮੁਖ ਗਰਾਸ। ਹੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ, ਤੁਸੀਂ ਇਸ ਬਿਰਧ ਮਾਤਾ ਦੇ ਕੋਲੋਂ ਇਸੇ ਤਰ੍ਹਾਂ ਸਫ਼ਰ ਦੇ ਦੌਰਾਨ ਚੱਲਦਿਆਂ ਹੋਇਆਂ ਪ੍ਰਸ਼ਾਦਾ ਲੈ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਮੰਗ ਕੇ ਛਕਿਆ ਹੈ। ਜਲ ਸੋ ਹਾਥ ਨ ਕਰੇ ਪਕਾਰਨ, ਕਰੀ ਨ ਚੁਰੀ ਨੀਰ ਨ ਪਾਸ। ਔਰ ਸਤਿਗੁਰੂ ਜੀ ਅੱਜ ਨਾ ਤਾਂ ਉਸ ਢੰਗ ਦੇ ਨਾਲ ਚੰਗੀ ਤਰ੍ਹਾਂ ਹੱਥ ਸਾਫ਼ ਕੀਤੇ, ਔਰ ਗਰੀਬ ਨਿਵਾਜ ਪਾਤਸ਼ਾਹ ਜੀ ਨਾ ਚੁਲੀ ਕੀਤੀ, ਨਾ ਚੌਂਕੜਾ ਮਾਰ ਕੇ ਬੈਠੇ। ਔਰ ਪਾਤਸ਼ਾਹ ਜੀ ਅਸੀਂ ਇਹ ਸਾਰਾ ਕੁਝ ਦੇਖ ਕੇ ਹੈਰਾਨ ਰਹਿ ਗਏ ਹਾਂ। ਚੜੇ ਤੁਰੰਗ ਪਰ ਕੀਨ ਸਜਵਨ, ਇਹ ਕਿਆ ਕਾਰਨ ਕਰੋ ਪ੍ਰਕਾਸ਼। ਤੇ ਸਤਿਗੁਰੂ ਜੀ ਇਹ ਕੀ ਕਾਰਨ ਹੈ? ਅੱਜ ਘੋੜੇ ਤੇ ਸਵਾਰ ਹੀ ਹੋ ਕਰਕੇ ਇਸੇ ਤਰ੍ਹਾਂ ਹੀ ਪ੍ਰਸ਼ਾਦਾ ਛਕ ਲਿਆ ਹੈ। ਅੱਜ ਧਰਤੀ ਤੇ ਨਹੀਂ ਬੈਠੇ, ਅੱਜ ਉਸ ਮਰਿਆਦਾ ਦੇ ਅਨੁਸਾਰ ਨਹੀਂ ਜਿਸ ਤਰ੍ਹਾਂ ਆਪ ਰੋਜ਼ਾਨਾ ਪ੍ਰਸ਼ਾਦਾ ਛਕਦੇ ਹੋ। ਇਹ ਗਰੀਬ ਨਿਵਾਜ ਸਤਵੇਂ ਪਾਤਸ਼ਾਹ ਜੀ, ਸੰਗਤ ਨੇ ਬੇਨਤੀ ਕੀਤੀ ਹੈ ਗੁਰੂ ਕੇ ਜਿਹੜੇ ਪਿਆਰੇ ਸਨ ਪਾਤਸ਼ਾਹ, ਅੱਜ ਘੋੜੇ ਤੇ ਪ੍ਰਸ਼ਾਦਾ ਕਿਉਂ ਛਕਿਆ ਹੈ? ਅੱਜ ਘਰ ਦੇ ਵਿੱਚ ਬੈਠ ਕੇ ਜਾਂ ਇਸ ਤਰੀਕੇ ਦੇ ਨਾਲ ਕਿਉਂ ਨਹੀਂ ਛਕਿਆ? ਸੇਵਕਾਂ ਨੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਇੱਥੋਂ ਅਗਲਾ ਜਿਹੜਾ ਇਤਿਹਾਸ ਹੈ, ਪ੍ਰਸੰਗ ਹੈ, ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ। ਗਰੀਬ ਨਿਵਾਜ ਸਤਿਗੁਰੂ ਜੀ ਕੀ ਵਿਚਾਰ ਕਰਦੇ ਹਨ, ਕੀ ਜਵਾਬ ਦਿੰਦੇ ਹਨ ਅਗਲੇ ਦੀਵਾਨਾਂ ਦੇ ਵਿੱਚ। ਸਤਿਗੁਰੂ ਜੀ ਕਿਉਂਕਿ ਸੰਗਤਾਂ ਦੇ ਮਨ ਦੇ ਵਿੱਚ ਸ਼ੰਕਾ ਹੈ, ਔਰ ਪਾਤਸ਼ਾਹ ਜੀ ਨਿਵਰਤ ਕਰਨਗੇ, ਇਤਿਹਾਸ ਸਰਵਣ ਕਰਾਂਗੇ। ਆਓ ਕੁਝ ਕੁ ਸਮੇਂ ਵਾਸਤੇ ਆਪਾਂ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਸਾਰੀ ਸੰਗਤ ਅਦਬ ਸਹਿਤ ਸਿਮਰਨ ਦੇ ਵਿੱਚ ਹਾਜ਼ਰੀ ਭਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।